ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਜਜਨ ਭਜਨ ਮਮ ਖਾਲਸਾ ਖਾਲਸ ਪੂਜਬ ਜੋਗ। ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ। ਖਾਲਸੋ ਹੋਵੇ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨ ਮਾਨੈ ਆਨ ਕੀ ਬੇ ਇੱਕ ਬੇ ਸੱਚੇ ਬਿਨ ਪਤਸ਼ਾਹੀ। ਆਨ ਨ ਮਾਨੈ ਆਨ ਕੀ ਇੱਕ ਸੱਚੇ ਬਿਨ ਪਤਸ਼ਾਹੀ। ਏਕ ਹਰੀ ਦਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹੈ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਹੋਈ ਹੈ। ਗੁਰੂ ਪਾਤਸ਼ਾਹ ਜੀ ਨੇ ਸ਼ਾਮ ਦੇ ਸਮੇਂ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਹਨ। ਗੁਰੂ ਘਰ ਦੇ ਮਹਾਨ ਵਿਦਵਾਨ ਗੁਰਮੁਖ ਪਿਆਰੇ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੁਆਰਾ ਰਚਿਤ ਉਹਨਾਂ ਦੇ ਲਿਖੇ ਹੋਏ ਮਹਾਨ ਇਤਿਹਾਸਕ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ, ਜਿਹਨੂੰ ਨਵੀਨ ਪੰਥ ਪ੍ਰਕਾਸ਼ ਵੀ ਕਿਹਾ ਜਾਂਦਾ ਹੈ, ਉਹ ਲੜੀਵਾਰ ਆਪਾਂ ਕੁਝ ਸਮੇਂ ਤੋਂ ਸਰਵਣ ਕਰਦੇ ਆ ਰਹੇ ਹਾਂ, ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਜੀਵਨ ਹੈ ਸੰਖੇਪ ਰੂਪ ਦੇ ਵਿੱਚ ਸੂਚੀ ਮਾਤਰ ਗਿਆਨੀ ਗਿਆਨ ਸਿੰਘ ਜੀ ਇਤਿਹਾਸ ਦੇ ਰਹੇ ਹਨ। ਕਿਉਂਕਿ ਇੱਕ ਪੰਥ ਖਾਲਸੇ ਦਾ ਇਤਿਹਾਸ ਦੱਸਣਾ ਹੈ ਤਾਂ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੋਂ ਹੀ ਸ਼ੁਰੂ ਹੁੰਦੀ ਹੈ। 10 ਪਾਤਸ਼ਾਹੀਆਂ ਦਾ ਸੰਖੇਪ ਇਤਿਹਾਸ, ਉਸ ਤੋਂ ਬਾਅਦ ਫਿਰ ਪੰਥ ਦਾ ਇਤਿਹਾਸ ਗਿਆਨੀ ਜੀ ਆਪਾਂ ਨੂੰ ਦੱਸਣਗੇ। ਉਹ ਆਓ ਲੜੀ ਤਹਿਤ ਕੱਲ ਆਪਾਂ ਵਿਚਾਰ ਕੀਤੀ ਵੱਖ-ਵੱਖ ਜਗ੍ਹਾ ਤੋਂ ਹੁੰਦੇ ਹੋਏ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿੱਥੇ ਵੀ ਕੋਈ ਬੜੇ ਬੜੇ ਵਿਦਵਾਨ ਪੰਡਤ ਜੈਨੀ ਸਰੇਵੜੇ ਸਨ ਉਹਨਾਂ ਨੂੰ ਉਪਦੇਸ਼ ਦਿੱਤਾ। ਕੱਲ ਇੱਥੇ ਤੱਕ ਆਪਾਂ
ਇਤਿਹਾਸ ਕਥਾ ਸਰਵਣ ਕੀਤੀ ਕਿ ਜੈਨੀਆਂ ਨੂੰ ਸਤਿਗੁਰਾਂ ਨੇ ਉਪਦੇਸ਼ ਦੇ ਕੇ ਗੁਰਬਾਣੀ ਵਿੱਚ ਵੀ ਸ਼ਬਦ ਸਿਰ ਖੁਆਏ ਪੀਐ ਮਲਵਾਣੀ ਝੂਠਾ ਮੰਗ ਮੰਗ ਖਾਹੀ, ਇਹ ਸ਼ਬਦ ਗੁਰਬਾਣੀ ਵਿੱਚ ਵੀ ਮਹਾਰਾਜ ਨੇ ਉਚਾਰਿਆ ਹੋਇਆ ਹੈ। ਉਸ ਸਮੇਂ ਸਤਿਗੁਰਾਂ ਨੇ ਕਿਹਾ ਵੀ ਜਿਹੜਾ ਭ੍ਰਿਸ਼ਟਪੁਣਾ ਜਿਹਾ ਛੱਡ ਕੇ, ਕੁਚੀਲ ਦੀ ਜ਼ਿੰਦਗੀ ਛੱਡ ਕੇ ਸਾਫ਼ ਸੁਥਰਾ ਚੰਗੀ ਮੱਤ ਗ੍ਰਹਿਣ ਕਰਕੇ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਜਪੋ। ਮਾਨ ਬੈਨ ਗੁਰ ਕੇ ਤਬ ਜੈਨੀ, ਲੱਗੈ ਕਰਨ ਹਰ ਭਗਤ ਸੁਖੈਨੀ। ਤਾਂ ਜੈਨੀ ਵੀ ਗੁਰੂ ਸਾਹਿਬ ਦੇ ਬਚਨ ਮੰਨ ਕਰਕੇ ਜੋ ਭਾਈ ਸੁਖ ਦੇਣ ਵਾਲੀ ਹਰੀ ਦੀ ਭਗਤੀ ਹੈ ਉਹ ਕਰਨ ਲੱਗੇ ਹਨ। ਅੱਗੇ ਇਤਿਹਾਸ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੱਲ ਸਰਸੇ ਸਿਰਸੇ ਗਏ, ਸਰਸੇ ਪਰ ਥਿਰ ਨੀਕ। ਗੁਰੂ ਮਹਾਰਾਜ ਜੀ ਚੱਲ ਸਰਸੇ, ਸਰਸੇ ਦਾ ਭਾਵ ਹੈ ਬਹੁਤਾ, ਰਸਤਾ ਚੱਲ ਕਰਕੇ ਸਿਰਸੇ ਗਏ। ਸਿਰਸਾ ਸ਼ਹਿਰ ਮਹਾਰਾਜ ਪਹੁੰਚੇ। ਸਰਸੇ ਪਰ ਥਿਰ ਨੀਕ, ਤੇ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਰਸੇ, ਸਰਸ ਨਾਮ ਪਾਣੀ ਨਾਲ ਭਰੇ ਹੋਏ ਤਲਾਅ ਦਾ ਸਰ ਤੇ ਸੇ ਸਰ ਤਲਾਅ ਨੂੰ ਵੀ ਕਹਿੰਦੇ ਆ। ਤਲਾਅ ਦੇ ਕਿਨਾਰੇ ਸਤਿਗੁਰੂ ਜੀ ਥਿਰ ਨੀਕ ਚੰਗੀ ਤਰ੍ਹਾਂ ਭਲੀ ਪ੍ਰਕਾਰ ਬੈਠ ਗਏ ਹਨ। ਸਰਸੇ ਭੇ ਨਰ ਨਾਰ ਪਿਖ, ਸਰਸੇ ਸਿੱਖ ਬਨ ਠੀਕ। ਤੋ ਉੱਥੇ ਭਾਈ ਸਰਸੇ ਭੇ ਨਰ ਨਾਰ ਪਿਖ, ਸਰਸੇ ਦਾ ਅਰਥ ਹੈ ਆਨੰਦ, ਖੁਸ਼ੀ, ਖੇੜਾ। ਮਾਈ ਭਾਈ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਬੇਅੰਤ ਆਨੰਦਦਾਇਕ ਹੋਏ। ਸਰਸੇ ਸਿੱਖ ਬਨ ਠੀਕ, ਔਰ ਸਹੀ ਸਿੱਖ ਬਣ ਕੇ ਸਰਸੇ ਸਹਿਤ ਰਸ ਹੋ ਗਏ, ਭਾਵ ਨਾਮ ਦੇ ਰਸ ਦੇ ਸਹਿਤ ਹੋ ਗਏ। ਮਨ ਹਰੀ ਛੰਦ, ਇਹ ਛੰਦ ਦਾ ਨਾਮ ਹੈ ਮਨ ਹਰੀ। ਅੱਗੇ ਕਿਉਂਕਿ ਛੰਦਾਬੰਦੀ ਦੇ ਬਹੁਤ ਜਾਣਕਾਰ ਸਨ ਗਿਆਨੀ ਗਿਆਨ ਸਿੰਘ ਜੀ, ਨਵੇਂ ਤੋਂ ਨਵਾਂ ਛੰਦ ਜਿਹੜਾ ਹੈ ਉਚਾਰਨ ਕਰਦੇ ਹਨ। ਤਹਿਤ ਕਰ ਪਿਆਨਾ ਭਿਖ ਬਹੁ ਥਾਨਾ। ਤੋ ਇਥੋਂ ਸਤਿਗੁਰੂ ਫਿਰ ਉਪਦੇਸ਼ ਦੇ ਕੇ ਚੱਲੇ। ਬੇਅੰਤ ਜਗ੍ਹਾ ਨੂੰ ਦੇਖ ਕਰਕੇ, ਭਾਵ ਦੇਖਣ ਦਾ ਭਾਵ ਕੀ ਹੁੰਦਾ, ਬੇਅੰਤ ਜਗ੍ਹਾ ਉਪਦੇਸ਼ ਦੇ ਕੇ ਸ਼ਹਿਰ ਹਿਸਾਰ ਨਿਹਾਰਾ। ਤੇ ਹਿਸਾਰ ਜਿਹੜਾ ਹਰਿਆਣੇ ਦੇ ਵਿੱਚ ਆ ਜਾਂਦਾ ਹੈ, ਉਹ ਸ਼ਹਿਰ ਮਹਾਰਾਜ ਨੇ ਵੇਖਿਆ। ਤਹਿ ਸ਼ੇਖ ਵਜੀਦਾ ਮਿਲਾ ਰਸੀਦਾ। ਉੱਥੇ ਭਾਈ ਇੱਕ ਸ਼ੇਖ ਵਜੀਦ ਨਾਮ ਦਾ, ਵਜੀਦਾ ਸ਼ੇਖ ਮਿਲਾ ਰਸੀਦਾ, ਰਸੀਦ ਰੱਬ ਨੂੰ ਮਿਲਿਆ ਹੋਇਆ, ਪਹੁੰਚਿਆ ਹੋਇਆ ਜਿਹੜਾ ਫਕੀਰ। ਗੋਸ਼ਟ ਭਈ ਅਪਾਰਾ, ਉਹਦੇ ਨਾਲ ਮਹਾਰਾਜ ਦੀ ਬਹੁਤ ਗੋਸ਼ਟ ਹੋਈ, ਵਿਚਾਰ ਚਰਚਾ ਹੋਈ। ਪੁਨ ਪੁਸ਼ ਕਰ ਰਾਜੂ ਭਿਖਾ ਸਮਾਜੂ। ਫਿਰ ਮਹਾਰਾਜ ਪੁਸ਼ਕਰ ਰਾਜ ਵੇਖਿਆ, ਉੱਥੇ ਬੇਅੰਤ ਇਕੱਠ ਵੇਖਿਆ। ਮੇਲਾ ਜੁਰਿਓ ਮਹਾਨਾ, ਜਿੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਸੀ। ਤਹਿ ਲੋਗ ਅਪਾਰੇ ਬਹੁ ਮਤ ਵਾਰੇ। ਉੱਥੇ ਬੇਅੰਤ ਲੋਕ, ਬਹੁਤ ਹੀ ਵੱਖ-ਵੱਖ ਮੱਤਾਂ ਵਾਲੇ ਆਏ। ਸੁਣ ਗੁਰ ਗਾਨਾ, ਗੁਰੂ ਮਹਾਰਾਜ ਦਾ ਗਾਇਨ ਸੁਣ ਕੇ, ਸ਼ਬਦ ਕੀਰਤਨ ਸੁਣ ਕੇ ਆਏ ਹਨ। ਪਹਿਲੇ ਬੈਰਾਗੀ ਹੋਏ ਸਭ ਆਗੀ। ਸਭ ਤੋਂ ਪਹਿਲਾਂ ਬਰਾਗੀ ਜਿਹੜੇ ਹਨ ਉਹ ਸਾਰਿਆਂ ਨੂੰ ਅੱਗੇ ਹੋਏ। ਨਿਜ ਮਤ ਐਸ ਬਖਾਨੋ, ਉਹਨਾਂ ਨੇ ਆਪਣੇ ਮਤ ਬਾਰੇ ਇਸ ਤਰ੍ਹਾਂ ਦੱਸਿਆ। ਮੂਰਤ ਅਬਰਾਮੰ ਸਾਲ ਗਰਾਮੰ। ਕਹਿੰਦੇ ਮਹਾਰਾਜ ਜਿਹੜੀ ਸੋਹਣੀ ਸੁੰਦਰ ਮੂਰਤੀ
ਜੋ ਸਾਲਗ੍ਰਾਮ ਹੈ। ਦੱਸਿਆ ਸੀ ਸਾਲਗ੍ਰਾਮ ਇੱਕ ਪਿੰਡ ਹੈ, ਗੰਡਕਾ ਨਦੀ ਦੇ ਕਿਨਾਰੇ ਵਸਿਆ, ਨੇਪਾਲ ਦੇ ਦੱਖਣ ਸਾਈਡ ਤੇ। ਉਹ ਪਿੰਡ ਜਿਹੜਾ ਜਿੱਥੇ ਗੰਡਕਾ ਨਦੀ ਜਿਹੜੀ ਇਹ ਬਿਹਾਰ ਵੱਲ ਇੱਧਰ ਦੀ ਜਾਂਦੀ ਹੈ, ਤੇ ਉਹ ਨਦੀ ਦੇ ਕਿਨਾਰੇ ਤੇ ਪਿੰਡ ਵਸਿਆ ਹੋਇਆ। ਤੇ ਪਿੰਡ ਜਿੱਥੇ ਹੈ ਉੱਥੇ ਅਸਲ ਵਿੱਚ ਸਾਲ ਦਰਖਤ ਦਾ ਨਾਮ ਹੈ, ਲੱਕੜ ਹੈ, ਸਾਲ ਦੀ ਲੱਕੜ ਤਾਂ ਆਪ ਜਾਣਦੇ ਹੋ। ਉਹ ਸਾਲ ਦੇ ਦਰਖਤ ਬਹੁਤੇ ਹੋਣ ਕਰਕੇ ਉਸ ਪਿੰਡ ਦਾ ਨਾਮ ਵੀ ਸਾਲਗ੍ਰਾਮ ਪੈ ਗਿਆ। ਤੇ ਉਸ ਜਗ੍ਹਾ ਤੋਂ ਨਦੀ ਦੇ ਵਿੱਚੋਂ ਇੱਕ ਪੱਥਰ ਨਿਕਲਦੇ ਨੇ, ਸਲੇਟੀ ਰੰਗ ਦੇ, ਕਾਲੀਆਂ ਚਿੱਟੀਆਂ ਧਾਰੀਆਂ ਵਾਲੇ। ਔਰ ਇੱਕ ਮਨੌਤ ਹੈ ਹਿੰਦੂ ਜਗਤ ਦੇ ਵਿੱਚ ਕਿ ਉਹ ਵਿਸ਼ਨੂੰ ਭਗਵਾਨ ਦਾ ਰੂਪ ਹੈ। ਪੱਥਰ ਜਿਹੜੇ ਨੇ, ਉਹ ਕਹਾਣੀ ਲੰਮੀ ਹੈ, ਇਸ ਕਰਕੇ ਹਿੰਦੂ ਜਗਤ ਦੇ ਵਿੱਚ ਉਸ ਜਿਹੜਾ ਪੱਥਰ ਹੈ ਉਹਨੂੰ ਲਿਆ ਕੇ ਪੂਜਾ ਹੁੰਦੀ ਹੈ, ਤੇ ਉਹਦਾ ਉਸ ਨੂੰ ਸਾਲਗ੍ਰਾਮ ਕਹਿੰਦੇ ਆ। ਤੋ ਮੂਰਤ ਅਭਿਰਾਮੰ ਸਾਲਗ੍ਰਾਮੰ, ਬਰਾਗੀ ਕਹਿੰਦੇ ਸੋਹਣੀ ਸੁੰਦਰ ਮੂਰਤੀ ਸਾਲਗ੍ਰਾਮ ਚਿੰਨ ਜੋ ਵਿਸ਼ਨੂੰ ਦੀ ਮੂਰਤੀ ਹੈ। ਪੂਜੋ ਵਿਸ਼ਨੂੰ ਜਾਨੋ, ਉਹਦੀ ਪੂਜਾ ਜਾਣੋ, ਵਿਸ਼ਨੂੰ ਦੀ ਪੂਜਾ ਹੈ। ਧਰ ਦਵਾਦਸ ਟੀਕੇ ਮੁੰਦਰਾ ਨੀਕੇ, ਤੇ ਦਵਾਦਸ ਟੀਕੇ, ਦਵਾ ਤੇ 10, 2 ਤੇ 10 ਟਿੱਕੇ। ਜਿਹੜੇ ਮਤ ਨੇ ਨਾ ਹਿੰਦੂ ਧਰਮ ਵਿੱਚ, ਇਹ ਵੱਖ-ਵੱਖ ਤਰ੍ਹਾਂ ਦੇ ਤਿਲਕ ਹੈ। ਚਲੋ ਆਪਾਂ ਬਹੁਤਾ ਤਾਂ ਨਹੀਂ ਡੂੰਘੀ ਜਾਣਕਾਰੀ, ਲੇਕਿਨ ਹਰ ਇੱਕ ਦਾ ਜਿਹੜੇ ਜਿਹੋ ਜਿਹੇ ਮਤ ਹੈ ਉਹਨਾਂ ਨੂੰ ਉਹੇ ਜਿਹੇ ਤਿਲਕ ਲਾਉਣੇ ਪੈਂਦੇ ਆ। ਜਿਹੜਾ ਵੈਸ਼ਨਵ ਨੇ ਧਰ ਦਵਾਦਸ ਟੀਕੇ, ਟੀਕੇ ਟਿੱਕੇ ਤਿਲਕ 2 ਤੇ 10 12, ਵੈਸ਼ਨਵਾਂ ਦੇ 12 ਤਿਲਕ ਹੈ। ਇੱਕ ਪਹਿਲਾ ਤਿਲਕ ਮੱਥੇ ਤੇ ਹੈ ਲਾਉਂਦੇ ਨੇ, ਦੂਜਾ ਪੇਟ ਤੇ ਲਾਉਂਦੇ ਆ, ਤੀਜਾ ਛਾਤੀ ਤੇ ਲਾਉਂਦੇ, ਚੌਥਾ ਕੰਠ ਤੇ ਲਾਉਂਦੇ ਆ, ਪੰਜਵਾਂ ਸੱਜੀ ਕੁੱਖ ਤੇ ਲਾਉਂਦੇ ਨੇ, ਛੇਵਾਂ ਸੱਜੀ ਬਾਂਹ ਤੇ ਲਾਉਂਦੇ ਆ, ਸੱਤਵਾਂ ਸੱਜੇ ਮੋਢੇ ਤੇ ਲਾਇਆ, ਅੱਠਵਾਂ ਖੱਬੀ ਕੁੱਖ ਤੇ, ਨੌਵਾਂ ਖੱਬੀ ਬਾਂਹ ਤੇ, 10ਵਾਂ ਖੱਬੇ ਮੋਢੇ ਤੇ, 11ਵਾਂ ਪਿੱਠ ਤੇ, 12ਵਾਂ ਕਮਰ ਤੇ। ਇਹ ਜਾਣੋ ਕਿ ਇਹਨਾਂ ਦੇ ਧਾਰਮਿਕ ਚਿੰਨ੍ਹ ਹੈ ਮੁੰਦਰਾ ਨੀਕ। ਇਹਨਾਂ ਦੀ ਗਿਣਤੀ ਫਿਰ ਅੱਗੇ ਨੇੜੇ ਨੇ 12 ਤਾਂ ਗੁਰਮੁਖ ਹੋ ਗਏ ਤਿਲਕ, ਤੇ ਮੁੰਦਰਾ ਨੀਕੇ। ਇਸੇ ਤਰ੍ਹਾਂ ਹੀ ਧਾਰਮਿਕ ਚੰਗੇ ਧਾਰਮਿਕ ਚਿੰਨ੍ਹ ਨੇ, ਉਹਨਾਂ ਦੀ ਵੀ ਗਿਣਤੀ 12 ਹੈ। ਇੱਕ ਤਾਂ ਜਨੇਊ ਹੋਣਾ ਚਾਹੀਦਾ, ਦੂਜਾ ਮਿਰਗਸ਼ਾਲਾ, ਤੀਸਰਾ ਮੁੰਜ ਦੀ ਤੜਾਗੀ, ਚੌਥਾ ਕਮੰਡਲ, ਪੰਜਵਾਂ ਬੇਦੀ। ਇਹ 5 ਮੁਦਰਾ ਬ੍ਰਹਮਚਾਰੀ ਦੀਆਂ ਨੇ। 6ਵਾਂ ਤਿਲਕ, 7ਵਾਂ ਕੰਠੀ, 8ਵਾਂ ਤੁਲਸੀ ਦੀ ਮਾਲਾ। ਇਹ 3 ਮੁੰਦਰਾ ਵੈਸ਼ਨਵਾਂ ਦੀਆਂ ਨੇ। 9ਵਾਂ ਹੈ ਰੁਦਰਾਖਰ ਮਾਲਾ, 10ਵਾਂ ਹੈ ਤਿਰਪੁੰਡਰ। ਇਹ 2 ਸ਼ੈਵ ਮਤ ਦੀਆਂ ਮੁੰਦਰਾ ਹੈ। ਫਿਰ ਅੱਗੇ 11ਵੀਂ ਆ ਗਈ ਤਿਰਦੰਡ, ਸੰਨਿਆਸੀ ਮੁੰਦਰਾ ਹੈ। 12ਵੀਂ ਆ ਗਈਆਂ ਕੰਨਾਂ ਦੀਆਂ ਮੁੰਦਰਾ, ਇਹ ਜੋਗੀ ਦੀਆਂ ਮੁੰਦਰਾ ਨੇ ਕੰਨਾਂ 'ਚ। ਕਹਿਣ ਲੱਗੇ ਮਹਾਰਾਜ ਜਿੰਨੇ ਵੀ 12 ਤਿਲਕ ਤੇ ਸਾਰੀਆਂ ਮੁੰਦਰਾ ਚੰਗੇ। ਕੰਠੀ ਛਾਪਰ ਮਾਲਾ, ਜੋ ਕੰਠੀ ਛਾਪਰ ਮਾਲਾ ਇਤਿਆਦਿਕ। ਕਰ ਧਾਮ ਸੁਚਾਰੈ ਮਨ ਅਵਤਾਰੈ, ਔਰ 4 ਧਾਮਾਂ ਦੀ ਯਾਤਰਾ ਕਰਕੇ ਕਰ ਧਾਮ ਸੁਚਾਰੈ ਮਨ ਅਵਤਾਰੈ। 4 ਧਾਮ ਮੁੱਖ ਨੇ ਹਿੰਦੂ ਮਤ ਵਿੱਚ, ਜਿਵੇਂ ਆਪਾਂ ਤਖਤ ਕਹਿੰਦੇ ਆ ਨਾ, ਇਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ 4 ਧਾਮ ਮੁੱਖ ਨੇ, ਬਦਰੀਨਾਥ, ਰਮੇਸ਼ਵਰ ਤੇ ਦਵਾਰਵਤੀ, ਔਰ ਚੌਥਾ ਹੈ ਪ੍ਰਯਾਗ। ਇਹ 4 ਜਿਹੜੇ ਹਨ ਧਾਮ ਯਾਤਰਾ ਕਰਨੀ, ਮਨ ਅਵਤਾਰ ਹੈ। ਅਵਤਾਰਾਂ ਨੂੰ ਮੰਨ ਕਰਕੇ ਪੈ ਹੈ ਮੁਕਤ ਵਿਸਾਲਾ। ਇਹਨਾਂ ਕੁਝ ਮਹਾਰਾਜ ਜੇ ਕੋਈ ਕਰੇ ਤਾਂ ਉਹ ਮਹਾਨ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ।
ਜਹ ਸੁਨ ਕਰ ਸਤਿਗੁਰ ਬੋਲੇ ਜੋ ਫੁਰ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਭਾਈ ਇਸ ਤਰ੍ਹਾਂ ਫਿਰ ਫੁਰ ਤੁਰੰਤ ਬੋਲੇ ਹਨ, ਤੁਮ ਕੂਰੇ ਬੈਰਾਗੀ। ਮਹਾਰਾਜ ਕਹਿੰਦੇ ਤੁਸੀਂ ਝੂਠੇ ਬੈਰਾਗੀ ਹੋ। ਜਹ ਚਿੰਨ ਤੁਮਾਰੇ ਨਹਿ ਨਿਸਤਾਰੇ। ਯਾਦ ਰੱਖੋ ਇਹ ਕੇਵਲ ਇਹਨਾਂ ਚਿੰਨਾਂ ਨੇ ਹੀ ਤੁਹਾਡਿਆਂ ਨੇ ਤੁਹਾਡਾ ਭਲਾ ਨਹੀਂ ਕਰਨਾ, ਨਹੀਂ ਤਾਰਨਾ। ਬਿਆਰਥ ਦੇਹ ਤੁਮ ਦਾਗੀ। ਕਿਉਂਕਿ ਪਰਮੇਸ਼ਰ ਦੇ ਨਾਮ ਬਿਨਾਂ ਤਾਂ ਇਹ ਜਿਹੜੀ ਦੇਹੀ ਹੈ ਸਾਰੀ ਹੋਈ ਬਿਅਰਥ ਤੇ ਤੁਸੀਂ ਸਾੜ ਲਈ ਹੈ। ਜੋ ਭਟਕਤ ਧਾਮੰ ਬਿਨ ਹਰ ਨਾਮੰ। ਹਰੀ ਨਾਮ ਤੋਂ ਬਿਨਾਂ ਜਿਹੜੇ ਚੌਹਾਂ ਧਾਮਾਂ ਤੇ ਭਟਕਦੇ ਹਨ। ਪਾਣੀ ਪਾਹਨ ਪਰਸੈ। ਨਾਮ ਨਹੀਂ ਜਪਦੇ, ਕੇਵਲ ਪਾਣੀ ਤੇ ਪੱਥਰ ਦੋ ਹੀ ਚੀਜ਼ਾਂ ਉਹਨਾਂ ਨੂੰ ਪਰਸਦੇ ਛੂੰਹਦੇ ਹਨ। ਸਭ ਪਾਹਨ ਮੂਰਤ ਪੂਜਤ ਧੂਰਤ। ਤੇ ਸਾਰੇ ਪੱਥਰ ਦੀਆਂ ਮੂਰਤੀਆਂ ਨੂੰ ਪੂਜਤ ਧੂਰਤ। ਧੂਰਤ ਕਹਿੰਦੇ ਨੇ ਛਲੀਆ ਠੱਗ ਬਣ ਕੇ ਪੂਜਦੇ ਹੋ। ਸਾਚੋ ਬਿਸ਼ਨ ਨ ਦਰਸੈ। ਜਿਹੜਾ ਸੱਚਾ ਵਿਸ਼ਨੂੰ ਹੈ, ਜੋ ਸੱਚਾ ਪਰਮਾਤਮਾ ਹੈ, ਉਹਦਾ ਤਾਂ ਤੁਸੀਂ ਦਰਸ਼ਨ ਨਹੀਂ ਕਰਦੇ। ਭਾਵ ਉਸ ਪਰਮਾਤਮਾ ਦੇ ਦਰਸ਼ਨ ਸੱਚੇ ਵਿਸ਼ਨੂੰ ਦੇ ਨੂੰ ਨਹੀਂ ਦਰਸਦੇ। ਸਤ ਚਿਤ ਅਬਿਨਾਸ਼ੀ ਸਵੈ ਪ੍ਰਕਾਸ਼ੀ। ਜੋ ਅਕਾਲ ਪੁਰਖ ਪਰਮੇਸ਼ਰ ਸਤ ਚਿਤ ਆਨੰਦ ਸਰੂਪ ਅਬਿਨਾਸ਼ੀ ਨਾਸ ਤੋਂ ਰਹਿਤ ਹੈ ਔਰ ਸਵੈ ਪ੍ਰਕਾਸ਼ ਹੈ। ਸੁਤੇ ਪ੍ਰਕਾਸ਼ ਆਪਣੇ ਆਪ ਤੋਂ ਜਿਹਦਾ ਪ੍ਰਕਾਸ਼ ਹੈ। ਤਾਂ ਮੈਂ ਜਿਹੇ ਲਿਵ ਲਾਗੀ। ਮਹਾਰਾਜ ਕਹਿੰਦੇ ਉਸ ਪਰਮਾਤਮਾ ਵਿੱਚ ਭਾਈ ਜੀ ਦੀ ਲਿਵ ਲੱਗ ਗਈ। ਬੁੱਧ ਭੇਦ ਤਿਆਗੀ ਦੁਬਿਧਾ ਭਾਗੀ। ਤੇ ਬੁੱਧੀ ਭੇਦਾਂ ਦੀ ਤਿਆਗ ਕਰਤਾ, ਅੰਦਰ ਦੀ ਦੁਬਤਾ ਨੂੰ ਦੂਰ ਕੀਤਾ। ਸੋ ਸਾਚਾ ਬੈਰਾਗੀ। ਉਹ ਮਹਾਰਾਜ ਕਹਿੰਦੇ ਭਾਈ ਸੱਚਾ ਬੈਰਾਗੀ ਹੈ। ਹੁਣ ਗੁਰ ਬਚ ਸੁਨ ਕੈ ਸਾਚੈ ਗੁਣ ਕੈ। ਤਾਂ ਉਹਨਾਂ ਨੇ ਗੁਰੂ ਮਹਾਰਾਜ ਦੇ ਬਚਨ ਸੁਣੇ ਔਰ ਸੱਚੇ ਜਾਣ ਕਰਕੇ ਮਾਨ ਲੀਨ ਮਨ ਠੀਕੈ। ਆਪਣੇ ਮਨ ਵਿੱਚ ਚੰਗੀ ਤਰ੍ਹਾਂ ਭਾਈ ਮੰਨ ਲਏ। ਤਜ ਕਲਪਨ ਕਿਰਿਆ ਗੁਰ ਮਗ ਫਰਿਆ। ਜਿਹੜੀਆਂ ਉਹਨਾਂ ਨੇ ਕਪੋਲ ਕਲਪਨਾ ਕਿਰਿਆਵਾਂ ਸੀ ਛੱਡ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਰਸਤੇ ਨੂੰ ਫੜ ਲਿਆ। ਸਤ ਨਾਮ ਜਪ ਨੀਕੈ। ਜੋ ਭਾਈ ਮਹਾਨ ਪਰਮੇਸ਼ਰ ਦਾ ਨਾਮ ਸਤ ਨਾਮ ਹੈ, ਇਹਨੂੰ ਚੰਗੀ ਤਰ੍ਹਾਂ ਜਪਣਾ ਕੀਤਾ। ਇਸ ਹੀ ਵਿਦ ਸਾਰੇ ਭੇਖ ਨਿਵਾਰੇ। ਇਸ ਤਰ੍ਹਾਂ ਹੀ ਭਾਈ ਜਿੰਨੇ ਵੀ ਸਾਰੇ ਤਰੀਕਿਆਂ ਸਹਿਤ ਵਿਧੀਆਂ ਸਹਿਤ ਜਿੰਨੇ ਭੇਖ ਸਨ, ਵੱਖ-ਵੱਖ ਭੇਖਾਂ ਦੇ ਜਿਹੜੇ ਹਨ, ਕਰ ਕਰ ਚਰਚਾ ਹਾਰੇ। ਉਹ ਗੁਰੂ ਸਾਹਿਬ ਨਾਲ ਚਰਚਾ ਕਰ ਕਰਕੇ ਹਾਰ ਗਏ। ਭੇਖ ਸਮਰੱਥ ਗੁਰ ਕਾ ਹਿੰਦੂ ਤੁਰਕਾ। ਇਹ ਜਾਣ ਕੇ ਕਿ ਗੁਰੂ ਮਹਾਰਾਜ ਸਮਰੱਥ ਗੁਰੂ ਨੇ, ਗੁਰੂ ਨਾਨਕ ਦੇ ਪਾਤਸ਼ਾਹ ਹਿੰਦੂਆਂ ਤੇ ਤੁਰਕਾਂ ਦੇ ਸਾਂਝੇ ਗੁਰੂ ਤੇ ਪੈਗੰਬਰ ਹਨ। ਲੱਗੇ ਗੁਰ ਭਗ ਸਾਰੇ। ਸਾਰੇ ਗੁਰੂ ਸਾਹਿਬ ਦੇ ਚਰਨੀ ਲੱਗ ਗਏ। ਗੁਰ ਕਿਰਪਾ ਕੀਨੀ ਦੀਖਿਆ ਦੀਨੀ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹਨਾਂ ਨੂੰ ਦੀਖਿਆ ਦਿੱਤੀ, ਸਿੱਖਿਆ, ਗੁਰਮੰਤਰ ਬਖਸ਼ਿਆ। ਸ਼ੁਭ ਗੁਣ ਭਗਤੀ ਭਾਵ ਦਏ। ਔਰ ਸ਼ੁਭ ਗੁਣ ਤੇ ਭਗਤੀ ਭਾਵਨਾ ਪਰਮਾਤਮਾ ਦੀ ਪ੍ਰੇਮਾ ਭਗਤੀ ਬਖਸ਼ੀ। ਕਰ ਮੱਜਨ ਤੀਰਥ ਭਜਨ ਕੀਰਤ। ਔਰ ਇੱਥੇ ਫਿਰ ਮਹਾਰਾਜ ਜੀ ਨੇ ਇਸ ਤੀਰਥ ਪਰ ਇਸ਼ਨਾਨ ਕੀਤਾ, ਭਜਨ ਕੀਰਤਨ ਅਕਾਲ ਪੁਰਖ ਵਾਹਿਗੁਰੂ ਦੇ ਉਪਮਾ ਸ਼ਬਦ ਗਾਇਨ ਕਰਕੇ ਪੁਨ ਅਜਮੇਰ ਆਏ ਗਏ। ਫਿਰ ਮਹਾਰਾਜ ਜੀ ਅਜਮੇਰ ਆ ਗਏ ਹਨ। ਦੋਹਰਾ 2.5 ਦਿਨ ਕਾ ਝੂਫੜਾ
ਪੇਖ ਕਹਿਓ ਗੁਰ ਕਾਚ। ਅਜਮੇਰ ਦੇ ਵਿੱਚ ਤਾਰਾਗੜ੍ਹ ਪਹਾੜੀ ਹੈ, ਉਹਦੀ ਢਲਾਣ ਦੇ ਵਿੱਚ ਇੱਕ ਮੰਦਿਰ ਹੈ। ਉਹਨੂੰ 2.5 ਦਿਨ ਦਾ ਝੌਂਪੜਾ ਕਹਿੰਦੇ ਆ। ਉਹਦਾ ਭਾਵ ਕਿ ਕੁਝ ਦਿਨਾਂ ਦੀ ਜ਼ਿੰਦਗੀ ਹੈ। ਉਹ ਮੰਦਿਰ ਜਿਹੜਾ ਹੈ ਬਹੁਤ ਪੁਰਾਤਨ ਭਵਨਾਂ ਦੀ ਕਲਾ ਦਾ ਇਹ ਜਾਣੋ ਕਿ ਬਹੁਤ ਸੁੰਦਰ ਇੱਕ ਨਮੂਨਾ ਹੈ। ਤੇ ਇਸ ਤਰ੍ਹਾਂ ਸਜਾਵਟ ਸੁੰਦਰਤਾ ਦਾ ਜਿਹੜਾ ਪੱਖ ਹੈ ਬਹੁਤ ਜ਼ਿਆਦਾ ਸੋਹਣਾ ਹੈ। ਗੁਰੂ ਮਹਾਰਾਜ ਜੀ ਕਹਿੰਦੇ 2.5 ਦਿਨ ਕਾ ਝੂਫੜਾ ਪੇਖ ਕਹਿਓ ਗੁਰ ਕਾਚ। ਗਰੀਬ ਨਵਾਜ ਪਾਤਸ਼ਾਹ ਜੀ ਨੇ ਕਿਹਾ ਕਿ 2.5 ਦਿਨ ਦਾ ਝੂਫੜਾ ਵੇਖ ਕਰਕੇ ਸਤਿਗੁਰੂ ਕਹਿੰਦੇ ਕਾਚ, ਇਹ ਵੀ ਜਿਹੜਾ ਹੁਣ ਆ ਸਰੀਰ ਹੈ ਸਾਡਾ, ਇਹ ਕੀ ਹੈ 2.5 ਦਿਨ ਦਾ ਭਾਵ ਕੋਈ ਸਮੇਂ ਦਾ, ਕੋਈ ਜ਼ਿਆਦਾ ਨਹੀਂ ਹੈ, ਕੁਝ ਦਿਨਾਂ ਦੀ ਜ਼ਿੰਦਗੀ ਹੈ। ਮਹਾਰਾਜ ਜੀ ਕਹਿੰਦੇ ਸਭ ਕੱਚਾ ਹੈ। ਇਸ ਪਰ ਕਿਉਂ ਜਰ ਬਹੁ ਖਚੀ, ਜੇ ਕਰ ਥੀ ਦਿਲ ਸਾਚ। ਤੇ ਇਹਨੂੰ ਸਜਾਉਣ ਤੇ ਲੱਗਿਆ ਹੋਇਆ ਹੈ। ਇਹਦੇ ਉੱਤੇ ਜਿਹੜਾ ਹੈ ਕਿਉਂ ਜਰ ਬਹੁ ਖਚੀ, ਸੋਨਾ ਦੌਲਤ ਮਾਇਆ ਜੜ ਜੂਪ ਹੈ ਜੋ ਕਿੰਨੀ ਖਰਚੀ ਹੈ। ਜੇਕਰ ਥੀ ਦਿਲ ਸਾਚ, ਜੇਕਰ ਦਿਲ ਸੱਚਾ ਹੈ। 2.5 ਦਿਨ ਕਾ ਝੂਫੜਾ ਬੋਲਿਓ ਪੀਰ ਅਸਾਰ। ਇਹ 2.5 ਦਿਨ ਦਾ ਝੂਫੜਾ ਬੋਲਿਓ ਪੀਰ, ਪੀਰ ਨੇ ਝੂਠ ਬੋਲਿਆ। ਜਿਨੇ ਚੱਲਣ ਜਾਣਿਆ ਸੇ ਕਿਉਂ ਕਰਨ ਬਿਥਾਰ। ਕਿ ਜੇ ਇਸ ਗੱਲ ਦਾ ਗਿਆਨ ਹੋ ਜੇ, ਜਿਨ੍ਹਾਂ ਨੇ ਇਸ ਗੱਲ ਨੂੰ ਇਹ ਚੱਲਣ ਜਾਣ ਲਿਆ, ਭਾਵ ਇੱਕ ਦਿਨ ਇਥੋਂ ਚਲੇ ਜਾਣਾ। 2.5 ਦਿਨ ਕਾ ਝੂਫੜਾ ਹੇਰ ਬੋਲੇ ਗੁਰ ਇਹ ਨਾਮ ਧਰਿਓ ਜਿਹ, ਝੂਠਾ ਪਾਖੰਡੀ ਹੋਗਾ ਵਹਿ। ਇਹ ਸੁਨ ਰਿਸ ਧਰ ਤਿਸ ਕੇ ਚੱਲੇ, ਆਏ ਚਰਚਾ ਕਰਨ ਦਹਲੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਜਿਨੀ ਚੱਲਣ ਜਾਣਿਆ ਸੇ ਕਿਉਂ ਕਰਨ ਵਿਥਾਰ। ਫਿਰ ਭਾਈ ਤੁਸੀਂ ਕੇਵਲ ਇਹ ਹੀ ਦੱਸਣ ਵਾਸਤੇ 2.5 ਦਿਨ ਦਾ ਝੂਠੜਾ ਇਹ ਤੇ ਬਣਾ ਦੱਸਦੇ ਹੋ, ਪਰ ਲੋਕਾਂ ਨੂੰ ਉਪਦੇਸ਼ ਦਿੰਦੇ ਹੋ। ਆਪਣਾ ਇੰਨਾ ਵਿਸਤਾਰ ਕੀਤਾ ਜੇ ਚੱਲਣਾ ਜਾਣ ਲਿਆ ਹੈ ਕਿ 2.5 ਦਿਨ ਦੀ ਜ਼ਿੰਦਗੀ ਥੋੜੀ ਜ਼ਿੰਦਗੀ ਹੈ, ਫਿਰ ਐਡਾ ਵਿਸਤਾਰ ਕਾਹਦਾ। ਜਹ ਸੋਨ ਕਰ ਅਰ ਪਿਖ ਗੁਰੈ, ਇਕੱਠੇ ਭਏ ਫਕੀਰ। ਇਹ ਵੇਖ ਕਰਕੇ ਸੁਣ ਕਰਕੇ ਗੁਰੂ ਮਹਾਰਾਜ ਨੂੰ ਵੇਖਿਆ, ਜਦੋਂ ਇਹ ਸ਼ਬਦ ਸੁਣੇ, ਜਿੰਨੇ ਫਕੀਰ ਸਨ ਇਕੱਠੇ ਹੋ ਗਏ। ਖਵਾਜੇ ਮੋਮਨ ਦੀਨ ਕੇ ਚੇਲੇ ਨੇਕ ਜ਼ਮੀਰ। ਤੇ ਮੋਮਨ ਦੀਨ ਖਵਾਜਾ, ਉਹਦੇ ਜਿੰਨੇ ਚੇਲੇ ਸਨ ਜ਼ਮੀਰ, ਜਿਹੜੇ ਅੰਦਰ ਅੰਤਸ਼ ਕਰਨ ਦੀ ਵਿਵੇਕ ਵਿਚਾਰ ਦੀ ਸ਼ਕਤੀ ਰੱਖਣ ਵਾਲੇ, ਉਹ ਮਹਾਰਾਜ ਕੋਲੇ ਆਏ। ਕੈਸੇ ਰਹੇ ਫਕੀਰ ਜਗ ਭੇਖ ਫਕੀਰੀ ਧਾਰ। ਤਾਂ ਉਹਨਾਂ ਸਵਾਲ ਕੀਤਾ ਕੈਸੇ ਰਹੇ, ਜਿਹੜਾ ਫਕੀਰ ਹੈ ਉਹ ਜਗਤ ਵਿੱਚ ਕਿਵੇਂ ਰਹੇ। ਫਕੀਰੀ ਜਿਹੜਾ ਭੇਖ ਹੈ ਉਹਨੂੰ ਧਾਰਨ ਕਰਕੇ ਜਗਤ ਵਿੱਚ ਉਹਦਾ ਰਹਿਣਾ ਕਿਸ ਤਰ੍ਹਾਂ ਦਾ ਹੋਵੇ। ਜਹ ਸਵਾਲ ਸੁਨ ਉਨੀ ਕਾ ਸਤਿਗੁਰ ਕੀਨ ਉਚਾਰ। ਇਹ ਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਸਵਾਲ ਸੁਣ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਚੌਪਈ। ਪੀਰ ਕੀ ਮਤ ਮੁਰੀਦ ਹੈ ਰਹੈ। ਮਹਾਰਾਜ ਕਹਿੰਦੇ ਪੀਰ ਦੀ ਮਤ ਮੁਰੀਦਾਂ ਵਰਗੀ ਹੋ ਕੇ ਰਹੇ। ਭਾਵ ਪੀਰ ਹੋ ਗਿਆ ਪਰ ਫਿਰ ਵੀ ਮਤ ਮੁਰੀਦਾਂ ਵਰਗੀ, ਨਿਮਰਤਾ ਭਾਵ ਵਾਲੀ। ਜਿਵੇਂ ਗੁਰੂ ਮਹਾਰਾਜ ਪਰਮੇਸ਼ਰ ਸਰੂਪ ਹੁੰਦੇ ਆ, ਦੇਖੋ ਸਿੱਖ ਰੂਪ ਹੋ ਕੇ ਬੇਨਤੀ ਕਰਨੀ। ਭਗਤਾਂ ਦੀ ਬਾਣੀ ਦੇਖ ਲਓ, ਉਹਦੇ ਵਿੱਚ ਵੀ ਕਿਤਨੀ ਨਿਮਰਤਾ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਕਿਤੇ ਨੀਚ ਕਹਿਣਾ, ਆਪਣੇ ਆਪ ਨੂੰ ਮੂਰਖ ਤੱਕ ਕਹਿ ਕੇ ਮਹਾਰਾਜ ਨੇ ਸੰਬੋਧਨ ਕੀਤਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਪੀਰ ਕੀ ਮਤ ਮੁਰੀਦ ਹੋਇਆ ਰਹਿ। ਪੀਰ ਦੀ ਜਿਹੜੀ ਮਤ ਹੈ
ਉਹ ਮਰੀਦ ਵਰਗੀ ਹੋ ਕੇ ਰਹੇ। ਖਫਣੀ ਟੋਪੀ ਸੇਲੀ ਗਹੈ, ਤੇ ਖਫਣੀ ਜਿਹੜੀ ਉਹ ਪਾਈ ਹੈ, ਸਿਰ ਦੇ ਉੱਤੇ ਟੋਪੀ, ਸੇਲੀ ਟੋਪੀ ਹੈ, ਉਸ ਨੂੰ ਲੈਂਦਾ ਜਾਂ ਉਹ ਪਾਵੇ। ਜਹ ਥਾਨ ਮੁਰਦੇ ਕਾ ਮਨ, ਇਹ ਜਿਹੜਾ ਪਾਇਆ ਹੋਇਆ ਨਾ ਸਾਰਾ ਕੁਝ, ਖਫਣੀ ਵੀ ਪਾ ਲਈ, ਸੇਲੀ ਟੋਪੀ ਲੈ ਲਈ, ਇਹ ਜਾਣੋ ਕਿ ਮੁਰਦੇ ਦਾ ਥਾਨ ਹੈ। ਖਫਣੀ ਮੁਰਦੇ ਤੇ ਪਾਈ ਦੀ ਹੈ, ਇਹ ਆਪਣੇ ਆਪ ਨੂੰ ਮੁਰਦਾ ਵਾਂਗੂ ਜਾਣ ਲਵੇ। ਸਭ ਤੈ ਨੀਚ ਆਪ ਕੋ ਜਾਣੈ, ਸਾਰਿਆਂ ਨਾਲੋਂ ਆਪਣੇ ਆਪ ਨੂੰ ਨੀਵਾਂ ਜਾਣੇ ਕਿ ਮੈਂ ਸਭ ਤੋਂ ਨੀਚ ਹਾਂ। ਬਹਿਤ ਦਰਿਆਓ ਕਹੇ ਬਰੇਤੀ, ਵਗਦਾ ਹੋਇਆ ਦਰਿਆ ਹੈ, ਉਹਨੂੰ ਬਰੇਤੀ ਕਹੇ। ਭਾਵ ਉੱਚੀ ਅਵਸਥਾ ਵਿੱਚ ਰਹੇ, ਫਿਰ ਵੀ ਆਪਣੇ ਆਪ ਨੂੰ ਕਹਿਣਾ ਨਿਮਾਣਾ ਹੀ ਹੈ। ਹਰਖ ਸੋਗ ਕੇ ਕਰੇ ਨਾ ਹੇਤੀ, ਔਰ ਹਰਖ ਤੇ ਸੋਗ, ਖੁਸ਼ੀ ਔਰ ਗਮੀ ਕਿਸ ਤਰ੍ਹਾਂ ਵੀ ਮੋਹ ਆਦਿਕ ਨਾ ਕਰੇ। ਸੂਨ ਨਗਰ ਮਹਿ ਕਰੈ ਆਹਾਰਾ, ਇਹ ਵੀ ਸੂਨ ਨਗਰ ਅਫੁਰ ਅਵਸਥਾ ਰੂਪੀ ਸ਼ਹਿਰ ਹੈ। ਸੁਨ ਨਗਰ ਇਹ ਉਹ ਜਿੱਥੇ ਭਾਈ ਅਫੁਰ ਅਵਸਥਾ, ਜਿੱਥੇ ਮਨ ਕਰਕੇ ਕੋਈ ਸੰਕਲਪ ਵਿਕਲਪ ਨਹੀਂ, ਇਹ ਉਹ ਐਸੇ ਅਫੁਰ ਸ਼ਹਿਰ ਦੇ ਵਿੱਚ ਵਸ ਕਰਕੇ, ਸੂਨੇ ਨਗਰ ਮੈਂ ਰਹਿ ਕਰਕੇ, ਕਰੈ ਆਹਾਰਾ, ਨਾਮ ਦਾ ਭੋਜਨ ਛਕੇ ਕਰੇ। ਤਜ ਕੁਟੰਬ ਹੈ ਰਹਿ ਸੁਖਾਰਾ, ਫਿਰ ਕੁਟੰਬ ਨੂੰ ਛੱਡ ਦੇ, ਕਿਹੜੇ ਨੂੰ? ਜਿਹੜਾ ਮੋਹ ਇਤਿਆਦਿਕ ਪਰਿਵਾਰ, ਆਸੁਰੀ ਸੰਪਦਾ ਜਿੰਨੀ ਹੈ, ਇਹਨੂੰ ਤਿਆਗ ਕਰਕੇ ਸੌਖਾ ਰਹੇ। ਜੀਵਤ ਮਰੈ ਜਾਗਤ ਹੀ ਸੋਵੈ, ਤੇ ਜਿਉਂਦਿਆਂ ਹੀ ਮਰ ਜਾਵੇ। ਜੀਵਤ ਭਾ ਹਉਮੈ ਹੰਗਤਾ ਮਮਤਾ ਵੱਲੋਂ ਮਰ ਕੇ ਜਾਗਤ ਹੀ ਸੋਵੈ, ਭਾਵ ਜਾਗਦਾ ਹੋਇਆ ਹੀ ਪ੍ਰਮਾਤਮਾ ਦੇ ਨਾਮ ਵਿੱਚ ਸੁਰਤੀ ਕਰਕੇ ਸੌਂ ਜੇ। ਭਾਵ ਬਿਰਤੀ ਵਾਹਿਗੁਰੂ ਦੇ ਨਾਮ ਵਿੱਚ ਲਾ ਲਵੇ। ਸਫਨ ਸਫਾ ਸਭ ਖਾਲਕ ਜੋਵੈ, ਸਫਨ ਸਫਾ ਸਭ ਖਾਲਕ ਜੋਵੈ, ਸਾਰੇ ਸੰਸਾਰ ਦੇ ਵਿੱਚ ਉਸ ਮਾਲਕ ਨੂੰ ਵਸਿਆ ਹੋਇਆ। ਸਫਨ ਸਫਾ, ਸਫਨ ਸਫਾ ਕਹਿੰਦੇ ਨੇ ਜਿਵੇਂ ਸ਼ਤਰੰਜ ਹੈ, ਚੌਪੜ ਖੇਲਣ ਦੀ ਬਾਜੀ ਹੈ। ਭਾਵ ਇਹ ਸੰਸਾਰ ਇੱਕ ਚੌਪੜ ਆਦਿਕ ਬਾਜੀ ਹੈ, ਖੇਲਣ ਦਾ ਬਸਤਰ ਹੈ। ਉਹ ਸ਼ਤਰੰਜ ਵਿਛਾਇਆ ਹੋਇਆ ਇੱਕ ਖੇਡ ਹੈ ਸੰਸਾਰ, ਤੇ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਨੂੰ ਵੀ ਵੇਖੇ। ਸ਼ਾਦੀ ਗਮੀ ਨਾ ਗੁੱਸਾ ਮੰਨੈ, ਐਸਾ ਹੋਣਾ ਚਾਹੀਦਾ ਫਕੀਰ। ਸ਼ਾਦੀ ਦਾ ਭਾਵ ਹੈ ਖੁਸ਼ੀ ਤੇ ਗਮੀ, ਇਹਦਾ ਉਹਦੇ ਤੇ ਅਸਰ ਨਾ ਹੋਵੇ, ਮਨ ਵਿੱਚ ਕਿਸੇ ਦਾ ਵੀ ਗੁੱਸਾ ਨਾ ਮੰਨੇ। ਪੈਗੰਬਰ ਕੋ ਨਿਜ ਸਮਝਾਨੈ, ਤੇ ਆਪਣੇ ਆਪ ਨੂੰ ਪੈਗੰਬਰ ਦੇ ਸਮ, ਭਾਵ ਉਸ ਦਾ ਰੂਪ ਕਿ ਮੈਂ ਪਰਮੇਸ਼ਰ ਦਾ ਰੂਪ ਹਾਂ ਆਤਮਿਕ ਤੌਰ ਤੇ। ਇਹ ਨਾ ਹੋਵੇ ਕਿ ਆਪਣੇ ਆਪ ਨੂੰ ਦੇਹੀ ਸਮਝ ਲਵੇ। ਜਾਂ ਪੈਗੰਬਰ ਕੋ ਨਿਜ ਸਮਝਾਨੈ, ਪੈਗੰਬਰ ਨੂੰ ਨਿਜ ਸਮ, ਆਪਣੇ ਵਾਂਗ ਜਾਣੇ। ਕੰਚਨ ਖਾਕ ਔਰ ਹੱਕ ਹਲਾਲੰ, ਕੰਚਨ ਖਾਕ ਸੋਨਾ ਤੇ ਮਿੱਟੀ, ਇਹਨੂੰ ਇੱਕੋ ਜਿਹਾ ਸਮਝੇ। ਰੋ ਹੱਕ ਹਲਾਲੰ, ਸੱਚ ਧਰਮ ਦੀ ਕਮਾਈ ਕਰੇ। ਆਈ ਤਲਬ ਨ ਫੇਰੇ ਤਲੰ, ਔਰ ਆਈ ਹੋਈ ਤਲਬ, ਸੱਦਾ ਆ ਜੇ ਜਦੋਂ, ਉਦੋਂ ਹੱਥ ਦੀ ਹਥੇਲੀ ਨਾ ਫੇਰੇ। ਭਾਵ ਭਾਣੇ ਵਿੱਚ ਖੁਸ਼ ਰਹੇ। ਗਗਨ ਮੰਡਲ ਮਹਿ ਆਸਣ ਲਾਵੇ, ਗਗਨ ਮੰਡਲ ਕੀ ਹੈ? ਜਿਵੇਂ ਆਕਾਸ਼, ਉਹ ਵਿਆਪਕ ਹੈ ਨਾ, ਸਾਰੇ ਹੈ। ਇਸੇ ਤਰ੍ਹਾਂ ਵਿਆਪਕ ਸਰੂਪ ਵਾਹਿਗੁਰੂ ਦੇ ਸਰੂਪ ਵਿੱਚ ਆਪਣੀ ਸੁਰਤੀ ਲਾਵੇ, ਆਸਣ ਲਾਵੇ। ਤਬ ਹੀ ਫਕਰ ਫਕੀਰੀ ਪਾਵੇ, ਫੇਰ ਹੀ ਕਹਿੰਦੇ ਭਾਈ ਜਿਹੜਾ ਫਕਰ ਹੈ ਉਹ ਫਕੀਰੀ ਪਾ ਸਕਦਾ ਹੈ। ਜੈ ਸੁਨ ਉਨ ਪਦ ਪੰਕਜ ਚੂਮੇ, ਇਹ ਸੁਣ ਕੇ ਉਹਨਾਂ ਫਕੀਰਾਂ ਨੇ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਚੁੰਮਿਆ।
ਗੁਰ ਕੇ ਗਿਰਦ ਔਰ ਪੁਨ ਝੂਮੇ। ਤੇ ਗੁਰੂ ਮਹਾਰਾਜ ਦੇ ਕੋਲ ਫਿਰ ਗੁਰੂ ਗੁਰ ਕੇ ਗਿਰਦ ਔਰ ਪੁਨ ਝੂਮੇ, ਤੇ ਹੋਰ ਜਿੰਨੇ ਹਨ ਗੁਰੂ ਮਹਾਰਾਜ ਦੇ ਆਲੇ ਦੁਆਲੇ ਉਹ ਝੂਮੇ ਭਾਵ ਸਾਰੇ ਫਿਰ ਆਲੇ ਦੁਆਲੇ ਸਤਿਗੁਰੂ ਦੀ ਪਰਿਕਰਮਾ ਕਰਨ ਲੱਗੇ। ਤਹਿ ਤੈ ਪੁਨ ਗੁਰ ਚੱਲੇ ਅਗਾਰੀ। ਇਥੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਅੱਗੇ ਚੱਲੇ ਹਨ। ਦੇਸ ਮਾਲਵਾ ਪਿਖਿਓ ਧਾਰੀ। ਜੋ ਭਾਈ ਮਹਾਨ ਮਾਲਵਾ ਦੇਸ਼ ਉਹ ਮਹਾਰਾਜ ਨੇ ਵੇਖਿਆ ਹੈ। ਮਿਲੇ ਘਨੇ ਕੰਨ ਪਾਟੇ ਜੋਗੀ। ਮਹਾਰਾਜ ਨੂੰ ਬਹੁਤ ਕੰਨ ਪਾਟੇ ਜੋਗੀ ਮਿਲੇ। ਮੰਦ ਰਸ ਭੋਗੀ ਬ੍ਰਹਮ ਬਿਯੋਗੀ। ਜਿਹੜੇ ਮਦ ਰਸ ਭੋਗੀ, ਮਦ ਨਾਮ ਸ਼ਰਾਬ ਦਾ, ਸ਼ਰਾਬ ਪੀਣ ਵਾਲੇ, ਬ੍ਰਹਮ ਬਿਯੋਗੀ ਬ੍ਰਹਮ ਤੋਂ ਵਿਛੜੇ ਹੋਏ। ਕਰ ਆਦੇਸ਼ ਉਹਨੇ ਬਚ ਗਾਏ। ਤੇ ਉਹਨਾਂ ਨੇ ਆਦੇਸ਼ ਕਿਹਾ ਔਰ ਫਿਰ ਬਚ ਗਾਏ ਭਾਵ ਆਪਣੇ ਵੱਲੋਂ ਬੋਲ ਕਹੇ। ਮਾਈ ਮੁੰਡੇ ਫਿਰਤ ਕਿਥਾਏ। ਮਾਈ ਮੁੰਡਾ ਅਸਲ ਵਿੱਚ ਇਹ ਜਿਹੜਾ ਮਾਈ ਮੁੰਡਾ ਸ਼ਬਦ ਹੈ ਇਹ ਕਹਿੰਦੇ ਨੇ ਵਿਧਵਾ ਦੇ ਪੁੱਤਰ ਨੂੰ। ਗੁਰੂ ਮਹਾਰਾਜ ਨੂੰ ਉਹਨਾਂ ਨੇ ਸ਼ਬਦ ਵਰਤਿਆ ਮਾਈ ਮੁੰਡਾ, ਜਿਸ ਦੀ ਮਾਂ ਦਾ ਸਿਰ ਮੁੰਨਿਆ ਹੋਵੇ। ਹਿੰਦੂ ਮਤ ਦੇ ਵਿੱਚ ਇਹ ਰੀਤੀ ਹੈ ਕਿ ਜਿਹੜੀ ਇਸਤਰੀ ਵਿਧਵਾ ਹੋ ਜੇ ਉਹਦਾ ਸਿਰ ਮੁੰਨਣਾ ਇੱਕ ਜ਼ਰੂਰੀ ਰੀਤੀ ਹੈ। ਇਸ ਕਰਕੇ ਫਿਰ ਉਹਦੇ ਪੁੱਤਰ ਨੂੰ ਮਾਈ ਮੁੰਡਾ ਕਿਹਾ ਜਾਂਦਾ ਹੈ। ਭਾਵ ਇਹ ਗੁਰੂ ਮਹਾਰਾਜ ਨੂੰ ਇੱਕ ਉਹਨਾਂ ਨੇ ਅੜਪਟਾ ਸ਼ਬਦ ਬੋਲਿਆ ਸੀ, ਮਾਈ ਮੁੰਡੇ ਫਿਰਤ ਕਿਥਾਏ, ਕਿੱਥੇ ਫਿਰਦਾ ਹੈ। ਜੋਗੀ ਬਨ ਗੋਰਖ ਕਾ ਚੇਲਾ। ਕਹਿੰਦੇ ਤੂੰ ਜੋਗੀ ਬਣ, ਗੋਰਖ ਨੂੰ ਗੁਰੂ ਧਾਰ, ਗੋਰਖ ਦਾ ਚੇਲਾ ਬਣ। ਦਿਖ ਰਹਿ ਤੋਹੇ ਅਚਰਜ ਖੇਲਾ। ਤਾਂ ਤੈਨੂੰ ਕਹਿੰਦੇ ਅਚਰਜ ਖੇਲ ਦਿਖਾਈ ਦੇਣਗੇ। ਜੋਗੀ ਬਣ ਕੇ ਤੂੰ ਗੋਰਖ ਦਾ ਚੇਲਾ ਬਣੇਗਾ ਤਾਂ ਅਚਰਜ ਖੇਡ ਤੈਨੂੰ ਦਿਖਾਈ ਦੇਣਗੇ। ਪੀ ਪਿਆਲਾ ਬਨ ਜਾ ਮਤਵਾਲਾ। ਤੇ ਆ ਸ਼ਰਾਬ ਦਾ ਪਿਆਲਾ ਪੀ ਕੇ ਮਤਵਾਲਾ ਬਣ ਜਾ। ਲੈ ਅਨਹਦ ਕਾ ਮੋਦ ਵਿਸਾਲਾ। ਤਾਂ ਤੈਨੂੰ ਅਨਹਦ ਸ਼ਬਦ ਵੱਜਣ ਲੱਗ ਜੂ। ਅਨਹਦ ਸ਼ਬਦ ਦਾ ਮੋਦ ਵਿਸਾਲਾ, ਮਹਾਨ ਆਨੰਦ ਲੈ। ਜਾ ਕਾ ਮਨ ਅਨਹਦ ਮੈਂ ਲਾਗੈ। ਜਿਹਦਾ ਮਨ ਅਨਹਦ ਸ਼ਬਦ ਦੇ ਵਿੱਚ ਲੱਗ ਜਾਂਦਾ ਹੈ। ਵਿਸ਼ੇ ਬਾਸ਼ਨਾ ਤਾਂ ਕੀ ਭਾਗੈ। ਉਹਦੇ ਅੰਦਰੋਂ ਵਿਸ਼ੇ ਤੇ ਬਾਸ਼ਨਾਵਾਂ ਭੱਜ ਜਾਂਦੀਆਂ ਹਨ। ਬਿਨ ਹਠ ਜੋਗ ਕੀਏ ਮਦ ਪਾਨਾ। ਇਹ ਬਿਨਾ ਹਠ ਜੋਗ ਤੋਂ, ਸ਼ਰਾਬ ਪੀਣ ਤੋਂ ਹੋਏ ਨਾ ਅਨਹਦ ਮੈਂ ਗਲਤਨ। ਕਹਿੰਦੇ ਅਨਹਦ ਸ਼ਬਦ ਦੇ ਵਿੱਚ ਲੀਨ ਨਹੀਂ ਹੋ ਸਕਦਾ ਕੋਈ। ਭਾਵ ਹਠ ਜੋਗ ਧਾਰੇ ਤੇ ਪਿਆਲਾ ਪੀਵੇ ਫੇਰ ਅਨਹਦ ਸ਼ਬਦ ਵਿੱਚ ਸੁਰਤੀ ਲੱਗਦੀ ਹੈ। ਜੋਗੀ ਕਹਿੰਦੇ ਬਿਨ ਅਨਹਦ ਮਨ ਜੋ ਥਿਰ ਕਰਨੋ। ਤੇ ਅਨਹਦ ਸ਼ਬਦ ਨਹੀਂ ਸੁਣਾਈ ਦਿੱਤਾ, ਇਹਦੇ ਬਿਨਾ ਤਾਂ ਮਨ ਨੂੰ ਟਿਕਾਉਣਾ ਇਸ ਤਰ੍ਹਾਂ ਹੈ। ਜੈਸ ਪੌਣ ਚਪਲਾ ਕਰ ਫਰਨ। ਜਿਵੇਂ ਹਵਾ ਤੇ ਬਿਜਲੀ ਹੈ, ਉਹਨੂੰ ਕੋਈ ਹੱਥ ਨਾ ਫੜਨ ਦੀ ਕੋਸ਼ਿਸ਼ ਕਰੇ ਤਾਂ ਔਖੀ ਹੈ। ਇਸੇ ਤਰ੍ਹਾਂ ਕਹਿੰਦੇ ਅਨਹਦ ਸ਼ਬਦ ਬਿਨਾ ਮਨ ਨਹੀਂ ਟਿਕਦਾ। ਮਨ ਅਨਹਦ ਮੈਂ ਹੋਏ ਜਬ ਮਸਤ। ਜੋਗੀ ਕਹਿੰਦੇ ਮਹਾਰਾਜ ਨੂੰ ਕਿ ਹੇ ਨਾਨਕ, ਜਦੋਂ ਮਨ ਅਨਹਦ ਸ਼ਬਦ ਦੇ ਵਿੱਚ ਮਸਤ ਹੋ ਜਾਂਦਾ ਹੈ, ਭੂਲ ਜਾਤ ਜਗ ਬਾਤ ਸਮਸਤ। ਤਾਂ ਸਾਰੇ ਜਗ ਦੀਆਂ ਜਿੰਨੀਆਂ ਵੀ ਗੱਲਾਂ ਨੇ ਜਾਂ ਜਗਤ ਦੀਆਂ ਬਾਤਾਂ ਸਾਰੀਆਂ ਹੀ ਭੁੱਲ ਜਾਂਦਾ ਹੈ। ਮਨ ਬੁੱਧ ਹੋਏ ਥਿਰ ਜਾ ਬਿਦ ਜਬ ਹੀ। ਇਸ ਤਰ੍ਹਾਂ ਜਦੋਂ ਫਿਰ ਮਨ ਜਿਹੜਾ ਹੈ ਟਿਕ ਜਾਂਦਾ ਹੈ, ਥਿਰ ਹੋ ਜਾਂਦਾ ਹੈ। ਹੋਤ ਜੋਤ ਕਾ ਦਰਸ਼ਨ ਤਬ ਹੀ। ਤਾਂ ਫਿਰ ਉਸ ਜੋਤ ਦਾ ਦਰਸ਼ਨ ਫੇਰ ਹੁੰਦਾ ਹੈ।
ਜਬੈ ਜੋਤ ਕੋ ਜੋਗੀ ਜੋਵੈ। ਤੇ ਜਦੋਂ ਜੋਗੀ ਉਸ ਜੋਤ ਨੂੰ ਵੇਖ ਲੈਂਦਾ ਹੈ, ਅਣਮਾਦਿਕ ਸਿੱਧ ਹਾਜ਼ਰ ਹੋਵੈ। ਅਣਮਾ ਮਹਿਮਾ ਇਤਿਆਦਿਕ ਸਿੱਧੀਆਂ ਜਿਹੜੀਆਂ, ਅਣਮਾ ਕਹਿੰਦੇ ਨੇ ਬਹੁਤ ਛੋਟਾ ਹੋ ਜਾਣਾ, ਮਹਿਮਾ ਕਹਿੰਦੇ ਬਹੁਤ ਆਕਾਰ ਆਪਣਾ ਵਧਾ ਲੈਣਾ, ਇਹ ਸਿੱਧੀਆਂ ਹਾਜ਼ਰ ਹੋ ਜਾਂਦੀਆਂ ਉਸ ਬੰਦੇ ਕੋਲ। ਵਿਵਿਧ ਦਿਖਾਏ ਜਗਤ ਕੋ ਸਿੱਧੀ। ਵਿਵਿਧ ਕਹੀਏ ਅਨੇਕਾਂ ਤਰ੍ਹਾਂ ਦੀਆਂ ਐਸੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਜਿਹੜੀਆਂ ਜਗਤ ਨੂੰ ਦਿਖਾ ਕੇ, ਤਿੰਨ ਤੈ ਲੈ ਮਨ ਭਾਵਤ ਰਿੱਧੀ। ਰਿੱਧੀ ਕਹੀਏ ਵਿਭੂਤੀ ਮਾਇਆ ਰਿੱਧੇ ਪਦਾਰਥ, ਮਨ ਭਾਉਂਦੇ ਜਗਤ ਤੋਂ ਲਓ ਸੰਸਾਰ, ਮਨ ਭਾਉਂਦੇ ਜਗਤ ਚੱਕੀ ਆਊਗਾ। ਰਿੱਧੀਆਂ ਸਿੱਧੀਆਂ ਭਾਵ ਜਦੋਂ ਸਿੱਧੀ ਆ ਗਈ, ਸਿੱਧੀ ਦਿਖਾਵਾਂਗੇ, ਸਿੱਧੀ ਨਾ ਰਿੱਧੀ ਆ ਜਾਂਦੀ ਹੈ। ਜਦੋਂ ਸੰਸਾਰ ਨੂੰ ਇਹੋ ਜਿਹਾ ਕੁਛ ਦਿਖਾਇਆ ਤੇ ਸੰਸਾਰ ਪਦਾਰਥਾਂ ਦੇ ਢੇਰ ਲਾ ਦਿੰਦਾ ਹੈ। ਜੋਗੀ ਜੁਗਤ ਸੰਗ ਜਾਓ ਜੀਵੈ। ਇਸ ਤਰ੍ਹਾਂ ਮਹਾਰਾਜ ਜਿਹੜਾ ਜੋਗੀਆਂ ਦੀ ਜੁਗਤੀ ਸਹਿਤ ਜਿਉਂਦਾ ਹੈ। ਪਿਆਲਾ ਪ੍ਰੇਮ ਪਦਾਰਥ ਪੀਵੈ। ਉਹ ਪ੍ਰੇਮ ਪਦਾਰਥ ਦਾ ਪਿਆਲਾ ਪੀਂਦਾ ਹੈ। ਮੁਕਤ ਭੁਗਤ ਜੋ ਮਿਲਤ ਅਪਾਰੀ। ਫਿਰ ਮੁਕਤ ਭੁਗਤ, ਮੁਕਤੀ ਤੇ ਭੁਗਤ ਪਦਾਰਥ ਬੇਅੰਤ ਮਿਲ ਜਾਂਦੇ ਹਨ। ਤੁਮ ਭੀ ਮਮ ਮਤ ਗਹੋ ਉਦਾਰੀ। ਇਸ ਕਰਕੇ ਤੁਸੀਂ ਵੀ ਸਾਡੇ ਇਸ ਮਹਾਨ ਮਤ ਨੂੰ ਗ੍ਰਹਿਣ ਕਰੋ। ਦੋਹਰਾ ਜਹ ਸੁਨ ਯਹ ਮਤ ਸੁਨ ਜੋਗੀਨ ਕਾ, ਗੁਰ ਕੀਏ ਸ਼ਬਦ ਉਚਾਰ। ਇਹ ਜੋਗੀਆਂ ਦਾ ਮਤ ਸੁਣ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਨੇ ਭਾਈ ਫਿਰ ਮਹਾਨ ਸ਼ਬਦ ਉਚਾਰਨ ਕੀਤੇ। ਆਸਾ ਸੂਹੀ ਰਾਗਨੀ ਲਿਖੇ ਗ੍ਰੰਥ ਮਜਾਰ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਸੂਈ ਇਹਨਾਂ ਰਾਗਾਂ ਦੇ ਵਿੱਚ ਉਹ ਸ਼ਬਦ ਲਿਖੇ ਹੋਏ ਹਨ। ਚੌਪਈ ਪੁਨਾ ਗੁਰੂ ਜੋ ਬੈਨ ਉਚਾਰੇ। ਇਸ ਤਰ੍ਹਾਂ ਭਾਈ ਫਿਰ ਗੁਰੂ ਮਹਾਰਾਜ ਨੇ ਜਿਹੜੇ ਬਚਨ ਉਚਾਰੇ, ਸੋ ਅਰਥ ਤੈ ਲਿਖੈ ਸੁਧਾਰੇ। ਉਹਨਾਂ ਸ਼ਬਦਾਂ ਦੇ ਕਹਿੰਦੇ ਭਾਈ ਅਸੀਂ ਅਰਥਾਂ ਤੋਂ ਹੀ ਇਹ ਸੋਧ ਕੇ ਅੱਗੇ ਜਿਹੜੀ ਹੈ ਕਾਵ ਰਚਨਾ ਲਿਖੀ ਹੈ। ਮਨੁਆ ਮੁੰਡੈ ਮੁੰਡ ਮੁੜਾਵੇ। ਮਹਾਰਾਜ ਕਹਿੰਦੇ ਮਨ ਨੂੰ ਮੁੰਨੇ। ਮਨ ਕੀ ਹੈ? ਸੰਕਲਪ। ਇਹ ਹੈ ਸੰਕਲਪਾਂ ਦੇ, ਮਨ ਦੇ ਉੱਤੇ ਸੰਕਲਪ ਦੇ ਕੇਸ਼ ਆ, ਪ੍ਰਤੱਖ ਕੇਸ਼ ਨਾ ਮੁੰਨੋ। ਮਨ ਨੂੰ ਮੁੰਡਣਾ, ਸੰਕਲਪ ਜਿਹੜੇ ਨੇ ਉਹ ਦੂਰ ਕਰਨੇ, ਇਹੀ ਕਹਿੰਦੇ ਭਾਈ ਮੂੰਡ ਮਢਾਉਣਾ ਹੈ। ਬਿਨ ਮਨ ਮੁੰਡੇ ਜੁਗਤ ਨ ਪਾਵੇ। ਜੋਗੀਓ ਮਨ ਨੂੰ ਮੁੰਡੇ ਤੋਂ ਬਿਨਾ ਪਰਮਾਤਮਾ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਨਹੀਂ ਹੁੰਦੀ ਹੈ। ਮੂੰਡ ਕਾਟ ਗੋਰੇ ਆਗੇ ਧਰੈ। ਫਿਰ ਇੱਥੇ ਮੂੰਡ ਭਾਵ ਸਿਰ, ਇਹ ਆਪਣਾ ਸਿਰ ਕੱਟ ਕੇ ਗੁਰੂ ਦੇ ਅੱਗੇ ਧਰ ਦੇਵੇ। ਭਾਵ ਹੰਕਾਰ ਆਪਣੇ ਸਤਿਗੁਰ ਅੱਗੇ ਰੱਖ ਦੇ, ਬੁੱਧੀ ਚੋਂ ਮਤ ਚੋਂ ਹੰਕਾਰ ਛੱਡ ਦੇਵੇ। ਮਨ ਮਤ ਤਿਆਗ ਗੁਰੂ ਮਤ ਧਰੈ। ਜੋਗੀਓ ਮਨ ਦੀ ਮਤ ਤਿਆਗ ਕਰਕੇ ਭਾਈ ਗੁਰੂ ਦੀ ਮਤ ਨੂੰ ਧਾਰਨ ਕਰੇ। ਮੂੰਡ ਮੁੰਡਾਵਨ ਗਹਿ ਗਰੀਬੀ। ਇਸ ਤਰ੍ਹਾਂ ਹੀ ਮੂੰਡ ਮਨਾਉਣਾ ਹੈ, ਅੰਦਰ ਨਿਮਰਤਾ ਗਰੀਬੀ ਨੂੰ ਧਾਰਨ ਕਰੇ। ਕੋ ਬਿਰਲਾ ਗਤ ਲਹੈ ਨਸੀਬੀ। ਤੇ ਇਹ ਭਾਈ ਕੋਈ ਬਿਰਲਾ ਹੀ ਹੈ ਜਿਹੜਾ ਐਸੀ ਭਾਗਾਂ ਵਾਲਾ ਐਸੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਪੰਚੋ ਇੰਦਰੀ ਬਸ ਕਰ ਰਹੈ। ਜਿਹੜੀਆਂ ਪੰਚੋ ਇੰਦਰੀ ਬਸ ਮੈਂ ਰੱਖੈ। ਪੰਜਾਂ ਇੰਦਰੀਆਂ ਨੂੰ ਆਪਣੇ ਬਸ ਵਿੱਚ ਰੱਖੇ। ਮਨ ਥਿਰ ਕਰ ਬ੍ਰਹਮਾਨੰਦ ਚਾਖੈ। ਔਰ ਮਨ ਨੂੰ ਟਿਕਾ ਕੇ ਬ੍ਰਹਮ ਆਨੰਦ ਦੇ ਰਸ ਨੂੰ ਮਾਣੇ ਚਖੇ। 10ਵੇਂ ਦੁਆਰੇ ਤਾਲਾ ਜੜੈ। ਤਾਲਾ ਜਿੰਦਾ
ਭਾਵ ਇਸ ਤਰ੍ਹਾਂ ਫਿਰ ਦਸਮ ਦਵਾਰ ਵਿੱਚ ਆਪਣੇ ਸਵਾਸਾਂ ਨੂੰ ਟਿਕਾਵੇ। 68 ਹਾਟ ਵਿੱਚ ਮਨ ਕੜੈ। 68 ਹਾਟ, 68 ਕੀ ਹੈ 68 ਹਾਟ ਹੱਟੀ, 68 ਹੱਟਾਂ ਵਾਲਾ ਸਰੀਰ ਵਿੱਚ ਮਨ ਕੜੈ। ਇਹਦੇ ਵਿੱਚ ਜਿਹੜਾ ਮਨ ਹੈ ਉਹਨੂੰ ਬੰਨ੍ਹ ਕੇ ਰੱਖੇ, ਰੋਕ ਕੇ ਰੱਖੇ। ਔਰ ਉਸ ਲੰਪ ਕਾ ਪਿਆਲਾ ਪੀਵੇ। ਫਿਰ ਤੁਸੀਂ ਕਿਹਾ ਪਿਆਲਾ ਪੀਵੇ, ਇਹ ਕਿਹੜਾ ਪਿਆਲਾ ਪੀਣਾ ਹੈ? ਰੋਪ ਲੰਪ ਕਾ, ਰੋਸ ਨਹੀਂ, ਰੋਪ ਲੰਪ ਕਾ ਪਿਆਲਾ ਪੀਵੇ। ਜਿਹੜੇ ਭਾਈ ਵਿਸ਼ੇ ਵਿਕਾਰ ਹੈ ਇਹਦੇ ਵਿੱਚ ਲੰਪਟ ਹੋਣ ਤੋਂ ਆਪਣੇ ਮਨ ਨੂੰ ਰੋਕਣਾ, ਇਹ ਮਹਾਰਾਜ ਕਹਿੰਦੇ ਪਿਆਲਾ ਪੀਵੇ। ਲਗਨ ਲਗਾਏ ਸੋ ਮਗਨ ਰਹੀਵੈ। ਇਸ ਤਰ੍ਹਾਂ ਨਾਮ ਨਾਲ ਲਗਨ ਲਾ ਲਵੇ, ਇਹਦੇ ਵਿੱਚ ਹੀ ਮਗਨ ਰਹੇ। ਹਿਰਦੇ ਕਮਲ ਕੋ ਅਮਲ ਚਰਾਵੇ। ਹਿਰਦੇ ਰੂਪੀ ਕਮਲ ਦੇ ਵਿੱਚ ਅਮਲ ਨਾਮ ਦੀ ਮਸਤੀ ਚੜਾਵੇ। ਜੋਗੀ ਅਜਰ ਅਮਰ ਪਦ ਪਾਵੇ। ਐਸਾ ਜੋਗੀ ਅਜਰ, ਅਜਰ ਨਾਮ, ਜਰ ਨਾਮ ਵਡੇਪਾ ਜਾਂ ਜਰ ਨਾਮ ਕੱਟਣ ਦਾ, ਕੱਟਣ ਤੋਂ ਰਹਿਤ, ਵਡੇਪੇ ਤੋਂ ਰਹਿਤ ਅਮਰ ਪਦਵੀ ਦੀ ਪ੍ਰਾਪਤੀ ਕਰ ਲੈਂਦਾ ਹੈ। ਦੋਹਰਾ ਕਰਮ ਜੋਗ, ਹਠ ਜੋਗ ਪੁਨ, ਗਿਆਨ ਜੋਗ ਬੜ ਚੀਨ। ਮਹਾਰਾਜ ਕਹਿੰਦੇ ਕਰਮ ਜੋਗ, ਕਰਮ ਜੋਗ ਚਿੱਤ ਦੀ ਸ਼ੁੱਧੀ ਵਾਸਤੇ ਫਲ ਦੀ ਇੱਛਾ ਤਿਆਗ ਕੇ ਪਰਉਪਕਾਰ ਦੇ ਕਰਮ ਕਰਨਾ। ਹਠ ਜੋਗ ਪੁਨ, ਹਠ ਦੇ ਨਾਲ ਸਿੱਧ ਹੋਣ ਵਾਲਾ ਕੋਈ ਜੋਗ, ਹਠ ਜੋਗ। ਤੇ ਹਾ ਤੇ ਠਾ, ਹਾ ਸੂਰਜ, ਠਾ ਚੰਦਰਮਾ, ਇਹਨਾਂ ਦੋਹਾਂ ਦਾ ਜੋਗ ਸੰਬੰਧ ਭਾਵ ਇੜਾ ਤੇ ਪਿੰਗਲਾ, ਇਹਨਾਂ ਦਾ ਸੁਖਮਣਾ ਦੇ ਨਾਲ ਜੋੜ ਕਰਨਾ, ਇਹ ਹਠ ਜੋਗ। ਗਿਆਨ ਜੋਗ ਬੜ ਚੀਨ, ਇਹਨਾਂ ਨਾਲੋਂ ਗਿਆਨ ਜੋਗ ਨੂੰ ਵੱਡ ਜਾਣੋ। ਬ੍ਰਹਮ ਗਿਆਨ ਦੁਆਰਾ ਵਾਹਿਗੁਰੂ ਦੇ ਨਾਲ ਜੁੜਨ ਨੂੰ ਮਹਾਨ ਜਾਣੋ। ਤੁਮ ਸਿੱਖਿਓ ਇੱਕ ਮੁਸ਼ਕਲ ਹੈ, ਹਮ ਤੀਨੋ ਪਰਬੀਨ। ਤੇ ਤੁਸੀਂ ਕਹਿੰਦੇ, ਮਹਾਰਾਜ ਕਹਿੰਦੇ ਜੋਗੀਓ ਬੜੀ ਮੁਸ਼ਕਲ ਨਾਲ ਇੱਕ ਸਿੱਖਿਆ ਹਠ ਜੋਗ, ਤੇ ਅਸੀਂ ਤਾਂ ਇਹਨਾਂ ਤਿੰਨਾਂ ਵਿੱਚ ਹੀ ਪੂਰਨ, ਸਾਨੂੰ ਤਾਂ ਤਿੰਨੇ ਹੀ ਆਉਂਦੇ ਆ। ਮਹਾਰਾਜ ਕਹਿੰਦੇ ਕਰਮ ਜੋਗ, ਹਠ ਜੋਗ, ਗਿਆਨ ਜੋਗ। ਹਮ ਤੀਨੋਂ ਪ੍ਰਵੀਨ, ਅਸੀਂ ਤਾਂ ਤਿੰਨਾਂ 'ਚ ਹੀ ਸਿਆਣੇ ਹਾਂ। ਚਿੰਨ ਜੋਗ ਕੇ ਸਾਚ ਮਮ, ਤੁਮੂ ਧਰੇ ਸਭ ਕੂਰ। ਫਿਰ ਮਹਾਰਾਜ ਕਹਿੰਦੇ ਜਿਹੜੇ ਜੋਗ ਦੇ ਚਿੰਨ ਹੈ, ਅਸੀਂ ਤਾਂ ਸੱਚੇ ਚਿੰਨ ਧਾਰੇ ਹੋਏ ਆ, ਤੇ ਤੁਸੀਂ ਜੋਗੀਓ ਝੂਠੇ ਚਿੰਨ ਨੂੰ ਧਾਰਿਆ ਹੋਇਆ। ਜਿਹੜੇ ਤੁਸੀਂ ਧਾਰੇ ਆ ਝੂਠੇ ਹਨ। ਮੁੰਦਰਾ ਗੁਰ ਕਾ ਸ਼ਬਦ ਮਨ, ਖਿੰਥਾ ਖਿਮਾ ਹਜੂਰ। ਜਪਜੀ ਸਾਹਿਬ ਪੜ੍ਹਦੇ ਆਪਾਂ, ਉਹਦੇ ਵਿੱਚ ਮੁੰਦਾ ਸੰਤੋਖ ਸਰਮ ਭਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਇੱਥੇ ਮਹਾਰਾਜ ਕਹਿੰਦੇ ਦੇਖੋ ਗੁਰੂ ਦਾ ਸ਼ਬਦ, ਇਹ ਗਿਆਨੀ ਗਿਆਨ ਸਿੰਘ ਜੀ ਇਤਿਹਾਸ ਪਾ, ਕਿਉਂਕਿ ਉਹਨਾਂ ਨੇ ਕਿਹਾ ਭਾਈ ਅਰਥਾਂ ਤੋਂ ਅੱਗੇ ਮੈਂ ਕਾਵਿ ਬਣਾਇਆ। ਮੁੰਦਰਾ ਕੀ ਨੇ? ਗੁਰੂ ਦਾ ਸ਼ਬਦ, ਮਨ ਗੁਰੂ ਸ਼ਬਦ ਵਿੱਚ ਜੋੜ ਲੈਣਾ, ਗੁਰੂ ਕੰਨਾਂ ਦੁਆਰਾ ਸ਼ਬਦ ਜੋੜਨਾ, ਮਨ ਕਰਕੇ ਸ਼ਬਦ ਸੁਣਨਾ, ਇਹ ਮੁੰਦਰਾ ਹਨ। ਖਿੰਥਾ ਖਿਮਾ ਹਜੂਰ, ਇਹ ਖਿੰਥਾ ਜਿਹੜੀ ਹੈ ਖਿਮਾ, ਖਿਮਾ ਰੂਪੀ ਖਫਣੀ ਇਹ ਪਾਈ ਹੈ। ਜਗ ਕੋ ਮਿਥਿਆ ਜਾਣਬੋ, ਮੂੰਡ ਮੁੜਾਵਨ ਇਹੋ। ਫਿਰ ਇਹ ਜਾਣ ਲਿਆ ਕਿ ਜਗਤ ਝੂਠਾ ਹੈ, ਇੱਥੇ ਸਦਾ ਰਹਿਣਾ ਨਹੀਂ। ਇਹੀ ਮਹਾਰਾਜ ਕਹਿੰਦੇ ਮੂੰਡ ਮਡਾਉਣਾ ਹੈ। ਸਭ ਕੋ ਬ੍ਰਹਮਾਤਮ ਪਿਖੋ, ਪੰਥ ਬਢਾਵਨ ਨੇਹੋ। ਕਿ ਤੁਸੀਂ ਚਾਹੁੰਦੇ ਹੋ ਸਾਡਾ ਪੰਥ ਵਧੇ, ਤਾਂ ਸਾਰਿਆਂ ਨੂੰ ਇਹ ਜਾਣੋ ਸਭ ਦੇ ਵਿੱਚ ਬ੍ਰਹਮ ਜਿਹੜਾ ਹੈ ਉਹ ਬ੍ਰਹਮ ਆਤਮ ਸਮਾਇਆ ਹੋਇਆ ਹੈ। ਇਹ ਜਾਣੋ ਪੰਥ ਵਡਾਵਣ ਨੇਹੋ, ਵਾਹਿਗੁਰੂ ਨਾਲ ਪ੍ਰੇਮ ਪਾਉਣਾ, ਇਹੀ ਆਪਣੇ ਪੰਥ ਨੂੰ ਵਧਾਉਣਾ ਹੈ।
ਖਾਕ ਪਾਕ ਹਰ ਧਿਆਨ ਕੀ, ਝੋਲੀ ਪਤ ਵਿਚਾਰ। ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰਨਾ, ਖਾਕ ਪਾਕ ਹਰ ਧਿਆਨ ਕੀ, ਇਹੀ ਕਹਿੰਦੇ ਪਵਿੱਤਰ ਸੁਆਹ, ਇਹੀ ਵਿਭੂਤੀ ਬਣਾਵੇ। ਝੋਲੀ ਪਤ ਵਿਚਾਰ, ਸ਼ਰਧਾ ਰੂਪੀ ਝੋਲੀ ਪਤ ਵਿਚਾਰ, ਪਤ ਕਹੀਏ ਭਾਂਡਾ, ਖੱਪਰ ਵਿਚਾਰ ਦਾ ਭਾਂਡਾ ਰੱਖੇ। ਸੇਲੀ ਸਤ ਸੰਤੋਖ ਕੀ, ਜਤ ਜੰਗੋਟਾ ਧਾਰ। ਸਤ ਤੇ ਸੰਤੋਖ ਦੀ ਸੇਲੀ, ਬੁੱਧੀ ਅੰਦਰ ਸਤ ਸੰਤੋਖ ਹੋਵੇ, ਇਹੀ ਜਾਣੋ ਸੇਲੀ ਟੋਪੀ ਹੈ। ਔਰ ਜਤ ਏਕਾ ਨਾਰੀ ਜਤੀ ਹੋਏ, ਇਸ ਤਰ੍ਹਾਂ ਇਹ ਲੰਗੋਟਾ ਧਾਰੇ। ਮਦ ਗੁਰ ਗਿਆਨ ਧਿਆਨ ਕਾ, ਇਕ ਰਸ ਚੜਿਓ ਰਹਾਈ। ਮਦ ਮਸਤੀ ਅਮਲ, ਗੁਰੂ ਮਹਾਰਾਜ ਦਾ, ਗੁਰੂ ਦਾ ਬਖਸ਼ਿਆ ਗਿਆਨ, ਗਿਆਨ ਦੁਆਰਾ ਧਿਆਨ ਲਾਉਣਾ ਪਰਮਾਤਮਾ ਨਾਲ। ਇੱਕ ਰਸ ਨਾਮ ਦੇ ਨਾਲ ਬਿਰਤੀ ਜੋੜ ਕੇ ਰੱਖਣੀ, ਇੱਕ ਰਸ ਇਹ ਸੁਰਤੀ ਪਰਮਾਤਮਾ ਨਾਲ ਚੜੀ ਰਹੇ, ਇਹੀ ਕਹਿੰਦੇ ਮਦ ਪੀਣਾ ਹੈ। ਸਿੰਘੀ ਅਨਹਦ ਧੁਨ ਲੱਗੀ, ਡੰਡਾ ਜੁਗਤ ਰਹਾ ਰਖਾਈ। ਜਿਹੜੀ ਤੁਸੀਂ ਸਿੰਗੀ ਵਜਾਉਨੇ ਹੋ, ਅਨਹਦ ਧੁਨੀ ਸ਼ਬਦ ਅੰਦਰੋਂ, ਸੁਰਤੀ ਅੰਦਰ ਸ਼ਬਦ ਚੱਲਦਾ ਰਹੇ, ਇਹੀ ਸਿੰਗੀ ਵਜਾਉਣੀ ਹੈ। ਡੰਡਾ ਜੁਗਤ ਰਖਾਏ, ਜੁਗਤ ਜੁੜਨ, ਜੋੜਨ ਦੀ ਜੁਗਤੀ ਰੂਪੀ ਡੰਡਾ ਰੱਖੇ। ਚੌਪਈ ਐਸੀ ਜੁਗਤ ਜੋਗ ਹਮ ਪਾਲਾ। ਜੋਗੀਓ ਅਸੀਂ ਤਾਂ ਇਸ ਤਰ੍ਹਾਂ ਜੋਗ ਦੀ ਜੁਗਤੀ ਨੂੰ ਅਪਣਾਇਆ ਪਾਲਿਆ ਹੈ। ਜਾਂ ਤੈ ਪਾਇਓ ਪੰਥ ਨਿਰਾਲਾ, ਇਸ ਕਰਕੇ ਅਸੀਂ ਤੇ ਨਿਰਾਲਾ ਪੰਥ ਪਾਇਆ ਹੈ। ਸਾਧਨ ਕਰਨ ਜੋਗ ਲਾਓ ਜੇਤੇ, ਜਿਹੜੇ ਤੁਸੀਂ ਕਰਦੇ ਹੋ ਹਠ ਜੋਗ, ਸਾਧਨ ਜੋਗ, ਇਹ ਜਿੰਨੇ ਵੀ ਯੋਗ ਦੇ ਸਾਧਨ ਕਰਦੇ ਹੋ, ਜਿਤਨੇ ਵੀ ਇਹ ਸਾਧਨ ਹਨ, ਪਿਛਲੇ ਜੁਗਨ ਕੇ ਥੇ ਤੇਤੇ, ਇਹ ਤਾਂ ਸਾਰੇ ਪਿਛਲੇ ਯੁੱਗਾਂ ਦੇ ਕਰਮ ਹਨ। ਸੋ ਸਭ ਹੁਕਮ ਅਕਾਲ ਹੈ ਪਾਈ, ਤੋ ਅਕਾਲ ਦਾ ਹੁਕਮ ਹੈ ਸਾਰਿਆਂ ਵਾਸਤੇ ਪਾ ਕੇ। ਛੋਰ ਹੋਰ ਮਗ ਲੀਨੋ ਆਈ, ਬਾਕੀ ਸਾਰੇ ਇਹੋ ਜਿਹੇ ਕਰਮ ਹਠ ਜੋਗ ਛੱਡ ਕੇ ਇਸ ਮਾਰਗ ਨੂੰ ਧਾਰਨ ਕਰੇ। ਨਾਮ ਜਪਨ ਭਗਤੀ ਹਰ ਗਿਆਨਾ, ਪਰਮੇਸ਼ਰ ਦਾ ਨਾਮ ਜਪਣਾ, ਉਹਦੀ ਭਗਤੀ ਕਰਨੀ, ਹਰੀ ਪ੍ਰਮਾਤਮਾ ਦਾ ਗਿਆਨ ਲੈਣਾ। ਸੁਖਦ ਸੁਖੈਨ ਸੁਲਭ ਸਦ ਜਾਨਾ, ਇਹ ਹਮੇਸ਼ਾ ਜਾਣੋ ਕਿ ਇਹ ਸੁਖਦਾਈ ਹੈ ਔਰ ਸੌਖਾ ਹੈ। ਸੁਲਭ ਸੌਖਾ ਲੱਭਣ ਵਾਲਾ ਇਹ ਮਾਰਗ ਹੈ। ਤਾ ਪਰ ਸੰਤਨ ਸੰਗਤ ਗਹਿ, ਇਸ ਉਪਰੰਤ ਫਿਰ ਭਾਈ ਜਿਹੜੇ ਪ੍ਰਮਾਤਮਾ ਦੇ ਸੰਤ ਨੇ ਉਹਨਾਂ ਦੀ ਸੰਗਤ ਕਰੇ। ਮੁਕਤ ਭੁਗਤ ਸਭ ਕਰ ਤਲ ਰਹਿ, ਇਸ ਤਰ੍ਹਾਂ ਦੇ ਪੁਰਸ਼ ਦੀ ਹੱਥ ਦੀ ਤਲੀ ਦੇ ਉੱਤੇ ਪ੍ਰਤੱਖ ਰੂਪ ਦੇ ਵਿੱਚ ਹੀ ਮੁਕਤੀ ਤੇ ਭੁਗਤੀ ਉਹਦੇ ਸਾਹਮਣੇ ਰਹਿਣੀ ਹੈ। ਭਾਵ ਉਹਨੂੰ ਨਾ ਤਾਂ ਦੇਖੋ ਫਿਕਰ ਹੈ ਮੁਕਤ ਹੋਣ ਦਾ, ਨਾ ਉਹਨੂੰ ਭੁਗਤੀ ਪਦਾਰਥਾਂ ਦਾ, ਸਭ ਹਾਜ਼ਰ ਹਨ। ਢਪਿਓ ਬੂਰ ਸਹਿ ਜਿਉ ਜਲ ਹੋਈ, ਜਿਵੇਂ ਪਾਣੀ ਦੇ ਉੱਤੇ ਬੂਰਜ ਆ ਜਾਂਦਾ, ਸਾਰਾ ਪਾਣੀ ਢਕਿਆ ਹੋਇਆ ਹੁੰਦਾ ਹੈ। ਗੰਧਲਾ ਚਪਲਾ ਪੌਣ ਕਰ ਸੋਈ, ਤੇ ਉਹ ਜਿਹੜਾ ਗੰਧਲਾ ਹੈ ਚਪਲਾ ਪੌਣ ਕਰ ਸੋਈ, ਦੇਖੋ ਉਸੇ ਤਰ੍ਹਾਂ ਦਾ ਹੀ ਚੰਚਲ ਹਵਾ ਨੂੰ ਕਰ ਦਿੰਦਾ। ਜੇ ਬਦਬੂਦਾਰ ਪਾਣੀ ਹੈ, ਉੱਥੋਂ ਹਵਾ ਵੀ ਬਦਬੂ ਵਾਲੀ ਆਉਂਦੀ ਹੈ। ਰੱਬ ਪ੍ਰਤੀਬਿੰਬ ਤਾਸ ਮੈਂ ਜੋ ਹੈ, ਰੱਬ ਪ੍ਰਤੀਬਿੰਬ ਸੂਰਜ ਦਾ ਅਕਸ਼ ਜਿਹੜਾ ਉਹਦੇ ਵਿੱਚ, ਦੀਸਤ ਨਹਿ ਵਹਿ ਕਾਹੂ ਕੋ ਹੈ, ਕਿਸੇ ਨੂੰ ਭਾਈ ਉਹ ਸੂਰਜ ਦਾ ਅਕਸ਼ ਦੀਂਦਾ ਨਹੀਂ ਹੈ, ਕਿਉਂ ਉਹਦੇ ਤੇ ਸਾਰੇ ਪਾਣੀ ਦੇ ਉੱਤੇ ਕਾਈ ਆਈ ਹੋਈ ਹੈ। ਪਾਏ ਔਖ ਦੀ ਮੈਲ ਨਿਵਾਰੈ, ਅੱਗੇ ਫਿਰ ਕੀ ਹੁੰਦਾ ਸੀ, ਦਵਾਈਆਂ ਪਾਉਂਦੇ ਹੁੰਦੇ ਸਨ, ਤੇ ਉਹਦੀ ਮੈਲ ਜਿਹੜੀ ਆ ਦੂਰ ਕਰ ਦੇਵੇ। ਪੌਣ ਬੰਦ ਕਰ ਬੂਰ ਉਤਾਰੈ, ਤੇ ਉਹ ਸਾਰਾ ਜਿਹੜਾ ਬੂਰ ਹੈ ਪੌਣ ਬੰਦ ਕਰਕੇ, ਭਾਵ
ਸਾਰੇ ਬੂਰ ਨੂੰ ਲਾਹ ਦੇਵੇ ਜਿਹੜਾ ਉੱਤੇ ਕਾਈ ਆਈ ਹੋਈ ਹੈ। ਫਿਰ ਤਤ ਕਾਲ ਰਵੀ ਦਰਸੈ ਹੈ, ਤਾਂ ਫਿਰ ਤੁਰੰਤ ਉਹਦੇ ਵਿੱਚ ਸੂਰਜ ਦਿਸ ਪੈਂਦਾ ਹੈ। ਅੰਤਹਿ ਕਰਨ ਮਾਹੇ ਤਿਉ ਪੈ ਹੈ। ਇਸੇ ਤਰ੍ਹਾਂ ਅੰਤਸ਼ ਕਰਨ ਵਿੱਚ ਵੀ ਮਹਾਰਾਜ ਕਹਿੰਦੇ ਦੋਸ਼ ਪਾਏ ਜਾਂਦੇ ਹਨ। ਮਨ ਚੰਚਲ ਆਵਰਨ ਪਛਾਨੂ, ਕਿਹੜੇ ਦੋਸ਼ ਨੇ? ਇਹ ਪਾਪਾਂ ਦੀ ਮੈਲ ਕਰਕੇ, ਇਹ ਮੈਲਾ ਜਿਹੜਾ ਬਾਸ਼ਨਾ ਰੂਪੀ ਹਵਾ ਦੇ ਨਾਲ ਮਨ ਚੰਚਲ ਹੈ, ਤੇ ਅਵਰਨ ਦੋਸ਼ ਹੈ, ਅਗਿਆਨ ਦੇ ਪਰਦੇ ਨਾਲ ਇਹ ਢਕਿਆ ਹੋਇਆ ਹੈ। ਕਰ ਨਿਸ਼ਕਾਮ ਦੋਖ ਮਲ ਹਨ, ਇਹਦੀ ਦੋਸ਼ ਨੂੰ ਦੂਰ ਕਰਨ ਵਾਸਤੇ ਨਿਸ਼ਕਾਮ ਕਰਮ ਹੈ। ਨਿਸ਼ਕਾਮ ਕਰਮ ਕਰ ਕਰਕੇ ਮੈਲ ਆਦਿਕ ਦੋਸ਼ਾਂ ਨੂੰ ਦੂਰ ਕਰੇ। ਆਵਤ ਜਾਤ ਸਵਾਸ ਮੈਂ ਥਪੈ, ਆਉਂਦਿਆਂ ਜਾਂਦਿਆਂ, ਭਾਵ ਜਦੋਂ ਸਵਾਸ ਆਉਂਦਾ ਹੈ ਤੇ ਸਵਾਸ ਜਾਂਦਾ ਹੈ, ਉਸ ਸਮੇਂ ਇਸ ਮਨ ਨੂੰ ਜੋੜੇ ਕਿਹਦੇ ਵਿੱਚ? ਵਾਹਿਗੁਰੂ ਮਨ ਥਿਰ ਕਰ ਜਪੈ। ਵਾਹਿਗੁਰੂ ਨੂੰ ਮਨ ਟਿਕਾ ਕਰਕੇ ਜਪੇ। ਸਵਾਸ ਲੈਣਾ ਵਾਹਿਗੁਰੂ, ਜਦੋਂ ਬਾਹਰ ਨੂੰ ਸਵਾਸ ਕੱਢਣਾ। ਇਸ ਤਰ੍ਹਾਂ ਭਾਈ ਸਵਾਸਾਂ ਦੇ ਨਾਲ ਸਾਸ ਸਾਸ ਸਿਮਰੋ ਗੋਬਿੰਦ ਇਹ ਜਪਣਾ ਕਰੇ। ਬਿਨ ਹਠ ਜੋਗ ਹੋਏ ਮਨ ਥਿਰ ਜਾਓ, ਬਿਨਾ ਹਠ ਜੋਗ ਤੋਂ ਹੀ, ਹਠ ਕੀਤੇ ਬਿਨਾ ਹੀ ਮਹਾਰਾਜ ਕਹਿੰਦੇ ਕਰਮ ਕਰ ਲਵੇ ਤਾਂ ਭਾਈ ਮਨ ਜਿਹੜਾ ਟਿਕ ਜਾਂਦਾ ਹੈ। ਦਰਸ ਜੋਤ ਸੁਨ ਅਨਹਦ ਫਿਰ ਜਾਓ, ਫਿਰ ਇਸ ਤਰ੍ਹਾਂ ਉਸ ਦੋਸ਼ ਦੇ ਉਸ ਜੋਤ ਦੇ ਦਰਸ਼ਨ ਕਰਦਾ, ਅਨਹਦ ਸ਼ਬਦਾਂ ਨੂੰ ਸੁਣਦਾ ਹੈ। ਬ੍ਰਹਮ ਗਿਆਨੀ ਗੁਰ ਸ਼ਰਣਾਈ, ਤੇ ਬ੍ਰਹਮ ਗਿਆਨੀ ਬਣ ਜਾਂਦਾ ਗੁਰੂ ਦੀ ਸ਼ਰਨ ਵਿੱਚ ਪੈ ਕਰਕੇ। ਜਾਏ ਪਾਏ ਉਪਦੇਸ਼ ਕਮਾਈ, ਜੇ ਗੁਰੂ ਸ਼ਰਨ ਵਿੱਚ ਜਾ ਕਰਕੇ ਗੁਰੂ ਕੀ ਸੰਗਤ ਕਰੇ, ਉਪਦੇਸ਼ ਦੀ ਕਮਾਈ ਕਰੇ। ਸ਼ਰਵਣ ਮੰਨਣ ਨਿਧ ਆਸਨ ਕਰੈ, ਸੁਣਨਾ ਫਿਰ ਉਸ ਨੂੰ ਮੰਨਣਾ। ਨਿਧ ਆਸਣ ਬਾਰ-ਬਾਰ ਚਿੱਤ ਵਿਰਤੀ ਨੂੰ ਧਿਆਨ ਵਿੱਚ ਲਾਉਣ ਦੀ ਕਿਰਿਆ, ਨਿਧ ਆਸਣ ਕਮਾਉਣ ਦੀ ਕਿਰਿਆ ਉਹ ਕਰੇ। ਤਤ ਛਿਨ ਦੋਸ਼ ਅਵਰਨ ਸੁਟਰੈ, ਜਿਹੜਾ ਅਵਰਨ ਦੋਸ਼ ਹੈ ਗਿਆਨਤਾ ਦਾ, ਉਹ ਤੁਰੰਤ ਹੀ ਦੂਰ ਹੋ ਜਾਂਦਾ ਹੈ। ਬ੍ਰਹਮਾਤਮ ਹੋਇ ਗਿਆਨ ਸਖਿਆਤ, ਫਿਰ ਭਾਈ ਉਹਨੂੰ ਬ੍ਰਹਮ ਆਤਮਾ ਜੋ ਬ੍ਰਹਮ ਸਰੂਪ ਆਤਮਾ ਦਾ ਪ੍ਰਤੱਖ ਗਿਆਨ ਹੋ ਜਾਂਦਾ ਹੈ। ਭਰਮ ਭੇਦ ਅਗਿਆਨ ਬਿਲਾਤ, ਜਿਤਨੇ ਭਰਮ ਭੇਦ ਔਰ ਅਗਿਆਨਤਾ ਹੈ ਬਿਲਾਤ ਨਾਸ਼ ਹੋ ਜਾਂਦੇ ਹਨ। ਬ੍ਰਹਮ ਗਿਆਨੀ ਬ੍ਰਹਮ ਸਮਾਨਾ, ਐਸਾ ਬ੍ਰਹਮ ਗਿਆਨੀ ਬ੍ਰਹਮ ਦੇ ਵਿੱਚ ਸਮਾ ਜਾਂਦਾ ਹੈ। ਹੋਵਤ ਭਾਖਿਓ ਵੇਦ ਪੁਰਾਨਾ, ਇਉਂ ਭਾਈ ਪਰਮਾਤਮਾ ਨਾਲ ਮਿਲ ਜਾਂਦਾ। ਇਹ ਗੱਲ ਵੇਦ ਪੁਰਾਣ ਧਰਮ ਗ੍ਰੰਥ ਵੀ ਕਹਿੰਦੇ ਹਨ। ਰਿੱਧ ਸਿੱਧ ਤਹਿ ਹਾਜ਼ਰ ਹੋਈ, ਉਹਦੇ ਕੋਲੇ ਤਾਂ ਰਿੱਧੀਆਂ ਸਿੱਧੀਆਂ ਵੀ ਹਾਜ਼ਰ ਹੋ ਜਾਂਦੀਆਂ। ਪੈ ਨਹਿ ਵਰਸ ਰਾਫ ਦੈ ਸੋਈ, ਪਰ ਉਹ ਰਿੱਧੀਆਂ ਸਿੱਧੀਆਂ ਵਿੱਚ ਨਹੀਂ ਪੈਂਦਾ, ਵਰਸ ਰਾਪ ਇਤਿਆਦਿਕ ਨਹੀਂ ਦਿੰਦਾ ਹੈ। ਸਭ ਕੋ ਆਪਣਾ ਰੂਪ ਨਿਹਾਰੂ, ਮਹਾਰਾਜ ਕਹਿੰਦੇ ਸਾਰਿਆਂ ਨੂੰ ਹੀ ਆਪਣਾ ਰੂਪ, ਆਪਣੇ ਵਰਗੇ ਪਰਮਾਤਮਾ ਦਾ ਹੀ ਰੂਪ ਜਾਣੋ। ਰਾਗ ਦ્વੈਸ਼ ਨਹਿ ਕਿਸ ਸੋ ਧਾਰੂ, ਕਿਸੇ ਦੇ ਨਾਲ ਮੋਹ ਦ્વੈਸ਼ ਈਰਖਾ ਨਾ ਧਾਰਨ ਕਰਨੀ। ਗਿਆਨ ਭਗਤ ਬੈਰਾਗ ਦਿਨੋ ਦਿਨ, ਪਰਮੇਸ਼ਰ ਦੇ ਗਿਆਨ ਸਰੂਪ ਭਗਤੀ, ਗਿਆਨ ਤੇ ਭਗਤੀ ਔਰ ਬਰਾਗ ਜਿਹੜਾ ਦਿਨੋ ਦਿਨ ਹੈ ਫਿਰ ਵੱਡ ਹੈ। ਜੀਵਨ ਮੁਕਤ ਵਹਿ ਗਿਨ, ਇਹ ਭਾਈ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਜੀਵਨ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਗਿਆਨ ਜਹ ਮਤ ਅਤਨੀਕਾ, ਪਰਮੇਸ਼ਰ ਦੀ ਭਗਤੀ ਗਿਆਨ ਸਹਿਤ ਭਗਤੀ, ਇਹ ਜਾਣੋ ਭਾਈ ਸਭ ਤੋਂ ਚੰਗਾ ਮਤ ਹੈ। ਕੇਵਲ ਗਿਆਨ ਜੋਗ ਹਠ ਫੀਕਾ, ਭਗਤੀ ਬਿਨਾ ਕੱਲਾ ਗਿਆਨ ਹੈ, ਮਹਾਰਾਜ ਕਹਿੰਦੇ ਹਠ ਜੋਗ ਇਹ ਫਿੱਕਾ, ਇਹਦੇ ਵਿੱਚ ਰਸ ਨਹੀਂ ਹੈ।
ਭਗਤ ਗਿਆਨ ਮਗ ਖਗ ਪਹਿਚਾਨੇ। ਭਗਤ ਗਿਆਨ ਮਗ ਖਗ ਪਹਿਚਾਨੋ। ਇਹ ਜਿਹੜਾ ਭਗਤੀ ਗਿਆਨ ਦਾ ਮਾਰਗ ਹੈ, ਇਹਨੂੰ ਪੰਛੀ ਦਾ ਮਾਰਗ ਜਾਣੋ, ਵਿਹੰਗਮ ਮਾਰਗ ਜਾਣੋ। ਚੀਟੀ ਹਠ ਮਗ ਜੋਗ ਪਛਾਨੋ। ਜਿਹੜਾ ਭਾਈ ਹਠ ਜੋਗ ਹੈ, ਇਹ ਚੀਟੀ ਮਾਰਗ ਹੈ। ਹਠ ਜੋਗ ਕੀੜੀ ਦਾ ਰਸਤਾ ਹੈ। ਫਲ ਖਾਣਾ ਟੀਸੀ ਦਾ, ਕੀੜੀ ਬੜੀ ਮੁਸ਼ਕਲ ਨਾਲ ਪਹੁੰਚੂ। ਪੰਛੀ ਉਡਾਰੀ ਮਾਰ ਕੇ ਇੱਕ ਛਿਨ ਵਿੱਚ ਜਾ ਕੇ ਬੈਠ ਸਕਦਾ ਹੈ। ਇਹ ਭਗਤੀ ਗਿਆਨ ਵਿਹੰਗਮ ਮਾਰਗ, ਪੰਖੀ ਮਾਰਗ ਹੈ। ਇਹ ਹਠ ਜੋਗ, ਇਹ ਮਹਾਰਾਜ ਕਹਿੰਦੇ ਕੀਟੀ ਮਾਰਗ ਹੈ। ਰਸਤਾ ਗਿਆਨ ਜਾਨ ਅਸਵਾਰੀ। ਜਿਹੜਾ ਭਾਈ ਗਿਆਨ ਦਾ ਰਸਤਾ ਹੈ, ਇਹ ਇਉਂ ਜਾਣੋ ਭਗਤੀ ਗਿਆਨ ਦਾ ਰਸਤਾ ਜਿਵੇਂ ਕਿਸੇ ਨੇ ਕਿਤੇ ਜਾਣਾ ਹੋਵੇ, ਉਹਨੂੰ ਕੋਈ ਸਵਾਰੀ ਮਿਲ ਜਾਵੇ। ਚੱਲਣੋ ਮਗ ਚੱਲਣੋ ਪਗ ਮਗ ਜੋਗ ਖਵਾਰੀ। ਜਿਹੜਾ ਕੇਵਲ ਗਿਆਨ ਦਾ ਰਸਤਾ ਹੈ, ਉਹ ਇਸ ਤਰ੍ਹਾਂ ਹੈ ਜਿਹੜਾ ਤੁਸੀਂ ਹਠ ਜੋਗ ਧਾਰਿਆ। ਇਹ ਜਿਵੇਂ ਪੈਰਾਂ ਨਾਲ ਕੋਈ ਮਾਰਗ ਤੇ ਚੱਲੇ, ਤੁਰ ਕੇ ਜਾ ਰਿਹਾ। ਜੋਗ ਵਿੱਚ ਪੈਦਲ ਚੱਲਣ ਵਾਂਗੂ ਖੁਆਰ ਹੋਣਾ ਪੈਂਦਾ ਹੈ। ਪੀਆ ਮਹਿਲ ਦੋਨੋਂ ਸਮ ਪੈ ਹੈ। ਪਤੀ ਪਰਮੇਸ਼ਰ ਦਾ ਜਿਹੜਾ ਮਹੱਲ ਸਰੂਪ ਹੈ, ਇਹ ਗਿਆਨੀ ਤੇ ਜੋਗੀ ਦੋਵੇਂ ਇੱਕੋ ਜਿਹਾ ਪਾ ਲੈਂਦੇ ਨੇ। ਗਿਆਨੀ ਜੋਗੀ ਸੁਰਤ ਸਭ ਕਹਿ ਹੈ। ਇਹ ਗਿਆਨੀ ਜੋਗੀ ਸੁਰਤ ਸਭ ਕਹਿ, ਵੇਦ ਇਤਿਆਦਿਕ ਸਭ ਕਹਿੰਦੇ ਹਨ। ਪਿਆਲਾ ਜੋ ਨਾਮ ਰਸ ਪੀਵਤ। ਜਿਹੜੇ ਨਾਮ ਦਾ ਪਿਆਲਾ ਪੀ ਲੈਂਦੇ, ਰਸ ਪੀਂਦੇ ਹਨ। ਨਾਮ ਰੂਪੀ ਰਸ ਦਾ ਪਿਆਲਾ। ਉਤਰੈ ਨਸ਼ਾ ਨਾ ਖੀਵਾ ਥੀਵਤ। ਮਹਾਰਾਜ ਕਹਿੰਦੇ ਨਸ਼ਾ ਉਤਰਦਾ ਨਹੀਂ। ਤੁਹਾਡੇ ਵਾਲਾ ਮਦ ਦਾ ਨਸ਼ਾ ਇਹ ਤਾਂ ਉਤਰ ਜਾਂਦਾ ਹੈ ਨਾ। ਜੇਕਨ ਨਾਮ ਦਾ ਰਸ ਪਿਆਲਾ, ਇਹਦਾ ਨਸ਼ਾ ਨਹੀਂ ਉਤਰਦਾ। ਖੀਵਾ ਥੀਵਤ, ਮਸਤ ਹੋ ਜਾਂਦਾ ਹੈ। ਅਮਲ ਔਰ ਮਦਰਾ ਲਓ ਜੇਤੇ। ਬਾਕੀ ਜਿਹੜੇ ਹੋਰ ਅਮਲ ਨੇ ਨਸ਼ਿਆਂ ਦੇ, ਸ਼ਰਾਬ ਇਤਿਆਦਿਕ ਜਿਤਨੇ ਵੀ, ਉਤਰ ਜਾਤ ਪ੍ਰਭਾਤ ਸੋ ਤੇਤੇ। ਇਹ ਤਾਂ ਸਵੇਰ ਹੁੰਦਿਆਂ ਸਾਰੇ ਉਤਰ ਜਾਂਦੇ ਹਨ। ਦੋਹਰਾ ਤੋ ਇਹ ਜਿਹੜੇ ਉਪਦੇਸ਼ ਸੁਣੇ, ਫਿਰ ਭਰਥਰੀ ਇਤਿਆਦਿਕ ਜਿਹੜੇ ਜੋਗੀ ਹੈ, ਇਹ ਇੱਕ ਸੰਖੇਪ ਚਰਚਾ ਭਾਈ ਸੰਤੋਖ ਸਿੰਘ ਜੀ ਨੇ ਤੇ ਬਹੁਤ ਵਿਸਥਾਰ ਨਾਲ ਲਿਖਿਆ। ਇਹ ਸੰਖੇਪ ਲਿਖ ਰਹੇ ਨੇ ਗਿਆਨੀ ਗਿਆਨ ਸਿੰਘ ਜੀ। ਤਾਂ ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਬਾਕੀ ਆਪਾਂ ਕੱਲ ਅੱਗੇ ਵਿਚਾਰਾਂਗੇ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।